ਕਰਦੇ ਪਏ, ਕਹਿੰਦੇ ਨੇ ਸਹੀ ਕਹਿ ਰਹੇ ਨੇ। ਮਲਕ ਸਾਹਿਬ ਆਏ ਲੈਣਾ ਇਹ ਮਲਕ ਜ਼ਹੂਰ ਸਾਹਿਬ। ਉਹ ਕਮੈਂਟ ਆਫ ਕਰ ਯਾਰ, ਮਲਕ ਜ਼ਹੂਰਾ ਛੱਡ ਕਮੈਂਟ ਆਫ ਕਰ, ਗੱਲ ਪੂਰੀ ਨਜ਼ਰ ਆਵੇ ਇੱਥੇ। ਕਮੈਂਟ ਆਫ ਕਰੋਗੇ ਤਾਂ ਜ਼ਿਆਦਾ ਨਜ਼ਰ ਆਵੇਗੀ ਸਕਰੀਨ। ਹਾਂ ਇੱਥੇ ਹੁਣ ਸਾਹਮਣੇ ਰੱਖ ਕੇ ਨਾ ਉਹਦਾ ਵੀ ਪੀਲਾ ਕਰਨਾ ਸੀ ਨਾ, ਸਰਕਸ਼ ਇਨਸਾਨ ਵਾਲਾ ਹਿੱਸਾ ਵੀ ਪੀਲਾ ਕਰਨਾ ਸੀ ਨਾ। ਅਰਬੀ ਦੋਵਾਂ ਦੀ ਤੇ ਤਰਜਮਾ ਦੋਵਾਂ ਦਾ ਜਿਹੜਾ ਨਾ ਉਹ ਹਾਈਲਾਈਟ ਕਰੋ। ਸ਼ਾਬਾਸ਼, ਇਬਨ ਬਗਾ ਦਾ ਤਰਜਮਾ ਦੋਵਾਂ ਦਾ ਹਾਈਲਾਈਟ ਕਰੋ। ਜੀ ਜੀ ਪੀਲੀ ਇਬਾਰਤ ਕਰ ਛੜੋ, ਅਰਬੀ ਦਾ ਸ਼ੇਰ ਵੀ ਤੇ ਤਰਜਮਾ ਵੀ। ਆਪਣੀ ਅਰਬੀ ਆਪਣਾ ਹੀ ਤਰਜਮਾ ਹੇਰਾ ਫੇਰੀ ਕੀਤੀ। ਤੋਬਾ ਯਾ ਅੱਲਾ, ਤੋਬਾ 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 ਤੋਬਾ। ਐਡਾ ਤੇ ਜ਼ੁਲਮ ਤੇ ਐਡਾ ਨੇਰ। ਚਲੋ ਤੁਸਾਂ ਅੱਲਾ ਦੇ ਨਬੀ ਦੀਆਂ ਗੱਲਾਂ ਨਾਲ ਹੇਰਾ ਫੇਰੀ ਕੀਤੀ। ਬੰਦਾ ਤਫਤੀਸ਼ੀ ਅਫਸਰ ਹੋ ਕੇ ਚੜਿਆ ਹੋਵੇ ਤਾਂ ਬੜਾ ਕੁਝ ਬਦਲਦਾ ਹੈ। ਤਫਤੀਸ਼ੀ ਅਫਸਰ ਹੋ ਕੇ ਬੰਦਾ ਚੜਿਆ ਹੋਵੇ ਨਾ ਤਾਂ ਬੜੇ ਬਿਆਨ ਬਦਲਦਾ ਹੈ। ਮਕਸਦ ਇਹ ਕਿ ਆਪਣੇ ਹੀ ਕਲਾਮ ਨਾਲ ਆਪ ਹੀ ਹੇਰਾਫੇਰੀ ਕੀਤੀ ਹੈ। ਇਹਨਾਂ ਦਾ ਨਾਮ ਜੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ। ਇਹ ਹੁਣ ਦਾਊਦ ਨਾਸਰ ਆਉਂਦੇ, ਇਹ ਉਹਨੂੰ ਪੜ੍ਹਾਉਣਾ ਹੈ ਬਈ ਇਹ ਵੀ ਅਰਬੀ ਪੜ੍ਹ ਤੇ ਇਹਦਾ ਤਰਜਮਾ ਪੜ੍ਹ, ਤੇ ਇਹ ਵੀ ਅਰਬੀ ਪੜ੍ਹ ਤੇ ਇਹਦਾ ਤਰਜਮਾ ਪੜ੍ਹ। ਕਿਆ ਜੋ ਮਿਰਜ਼ਾ ਸਾਹਿਬ ਨੇ ਆਖਿਆ ਹੈ ਕਿ ਅੱਜ ਤੋਂ 11 ਸਾਲ ਪਹਿਲੇ ਮੈਂ ਮੌਲਾਨਾ ਸਾਦੁੱਲਾ ਲੁਧਿਆਣਵੀ ਦੇ ਬਾਰੇ ਇਹ ਗੱਲ ਕਹੀ ਸੀ, ਇਹੋ ਹੀ ਗੱਲ ਕਹੀ ਸੀ 11 ਸਾਲ ਪਹਿਲੇ, ਜਾਂ ਕੋਈ ਹੋਰ ਕਹੀ ਸੀ? ਮਤਲਬ ਕੈਸਰ ਸਾਹਿਬ ਨਜ਼ਰ ਆਇਆ ਜੀ? ਝੂਠ ਕੋ ਨਹੀਂ, ਇਹ ਤੁਹਾਨੂੰ ਨਜ਼ਰ ਆਇਆ? ਬੜਾ ਵਾਜ਼ਿਹ ਝੂਠ ਨਜ਼ਰ ਆ ਰਿਹਾ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਤੁਹਾਡਾ ਭਲਾ ਸਾਡੇ ਨਾਲ ਕਰੇ। ਰਹੋਗੇ ਤੇ ਰੋਜ਼ ਦੂਏ ਰੋਜ਼ ਇੱਕ ਪੇਸ਼ ਕਰਾਂਗੇ ਨਵਾਂ। ਇਹ ਸੇਵ ਕਰਕੇ ਨਾ ਤੇ ਅੱਜ ਸ਼ਾਮੀ ਸੈਣੀ ਸਾਹਿਬ ਨੂੰ ਜਾ ਕੇ ਨਾ ਐਸੇ ਤਰਤੀਬ ਨਾਲ ਗੱਲ ਪੁੱਛਣੀ ਹੈ। ਬਾਈ ਮੈਂ ਖੋਲਿਆ ਮਲਫੂਜ਼ਾਤ ਤੇ ਉੱਥੇ 1907 ਦੇ ਮਲਫੂਜ਼ ਵਿੱਚ ਫਰਵਰੀ 1907 ਦਾ ਮਲਫੂਜ਼ ਹੈ ਤੇ ਉਹਦੇ ਚ ਮਿਰਜ਼ਾ ਸਾਹਿਬ ਨੇ ਇਹ ਗੱਲ ਆਖੀ ਹੈ। 1907 ਨਹੀਂ ਭਾਈ, 1800। ਹਾਂ 1907 ਸੌਰੀ। ਚਲਦੀ ਮਸ਼ੀਨ ਚ ਦੇਣਾ ਚਾਹੁੰਦੇ? ਸਾਨੂੰ ਇਹ ਹਵਾਲੇ ਅਜ਼ਬਰ ਯਾਦ ਹੋ ਜਾਂਦੇ ਨੇ ਦੋ ਵਾਰੀ ਪੜ੍ਹਨੇ ਨਾਲ, ਤਾਰੀਖਾਂ ਸਮੇਤ ਤੇ ਸਫਾ ਨੰਬਰ ਸਮੇਤ। ਇਹ ਫਰਵਰੀ 1907 ਦਾ ਮਲਫੂਜ਼ ਖੋਲਿਆ ਤੇ ਉੱਥੇ ਮਿਰਜ਼ਾ ਸਾਹਿਬ ਲਿਖਿਆ ਹੈ ਕਿ ਮੈਂ ਆਪਣੇ ਕਸੀਦਾ ਅੰਜਾਮੇ ਆਥਮ में ਇਹਦੇ ਮੁਤਲਕ ਗੱਲ ਲਿਖੀ ਸੀ, ਸਾਦੁੱਲਾ ਲੁਧਿਆਣਵੀ ਦੇ ਮੁਤਲਕ। ਕੀ ਲਿਖੀ ਸੀ? यानी खबासत से तूने मुझे ईज़ा दी, ईज़ा दी तकलीफ़, बस अगर तू अब रुसवाई से हलाक ना हुआ तो मैं अपने दावा में सच्चा, करियो ज़रा उधर कैमरा, सच्चा ना ठहरूंगा, सच्चा ना ठहरूंगा ए सरकश इंसान। तो जदों मैं आप पुछना है सैनी साहब नूं बई जदों मैं खोल के वेख्या अंजामे आथम उत्थे तो कुछ होर ही लिखिया सी। ਜਦੋਂ ਮੈਂ ਅੰਜਾਮੇ ਆਤਮ ਖੋਲ ਕੇ ਵੇਖਿਆ ਉੱਥੇ ਤੇ ਲਿਖਿਆ ਸੀ ਕਿ ਕੀ ਅਲਫਾਜ਼ ਨੇ ਫਾਰਸੀ ਦੇ? ਇਬਨ ਬਗਾ ਨਹੀਂ, ਇਬਨ ਬਗਾ ਤੇ ਲਿਖਿਆ, ਥੱਲੇ ਫਾਰਸੀ ਦੇ ਕਿਛ ਅਲਫਾਜ਼ ਲਿਖੇ ਨੇ। ਅੱਛਾ ਤੁਹਾਡਾ ਕੀ ਨਾਮ ਹੈ? ਆਪਣਾ ਮਤਲਬ ਕੈਸਰ ਸਾਹਿਬ? ਹਾਂਜੀ ਹਾਂਜੀ। ਉਹ ਟਰਾਂਸਲੇਟਰ ਹੈ ਜੀ ਕੋਲ? ਗੂਗਲ ਤੇ ਜਾ ਕੇ ਲਿਖੋ ਤਰਾਦੂ ਤੋਰੇ, ਉੱਥੇ ਨਾ ਲੈਂਗੁਏਜ ਦਾ ਆਉਂਦਾ ਆਪਸ਼ਨ, ਤੇ ਫਾਰਸੀ ਟੂ ਉਰਦੂ ਕਰ ਲਿਓ ਨਾ। ਇੱਥੇ ਗੂਗਲ 'ਚ ਲਿਖੋ ਤਰਾਦੂ ਤੋਰੇ, ਯਾਨੀ ਕਿ ਟਰਾਂਸਲੇਟਰ। ਇਟਾਲੀਅਨ 'ਚ ਉਹਨੂੰ ਤਰਾਦੂ ਤੋਰੇ ਜਾਂਦੇ ਨੇ, ਪਤਾ ਨਹੀਂ ਤੁਹਾਡੇ? ਫਾਰਸੀ ਟੂ ਉਰਦੂ, ਰਾਈਟ? ਫਾਰਸੀ ਟੂ ਉਰਦੂ ਟਰਾਂਸਲੇਸ਼ਨ। ਹਾਂ ਚਲੋ ਠੀਕ ਹੈ, ਇਹਦੇ 'ਤੇ ਕਰ ਲਓ। ਇਹ ਫਾਰਸੀ ਦੇ ਵਿੱਚ ਤੁਸੀਂ ਇੱਥੇ ਉਹ ਲਫ਼ਜ਼ ਐਡ ਕਰਨੇ ਨੇ ਜਿਹੜੇ ਉਹਨਾਂ ਦੇ ਸ਼ੇਰ ਦੇ ਲਫ਼ਜ਼ ਨੇ। 5-6 ਲਫ਼ਜ਼ ਨੇ, 2 ਹੀ ਮਿਸਰੇ ਲਿਖਣੇ ਨੇ। ਸ਼ੇਰ ਤੇ ਅਰਬੀ ਵਿੱਚ ਨਾ ਅਮਰ ਭਾਈ, ਤਰਜਮਾ ਨਹੀਂ, ਫਾਰਸੀ। ਥੱਲੇ ਜਿਹੜਾ ਤਰਜਮਾ ਫਾਰਸੀ 'ਚ ਕੀਤਾ ਹੈ, ਫਾਰਸੀ ਵਾਲਾ ਤਰਜਮਾ ਲਿਖਣਾ। ਕਾਪੀ ਕਰ ਲੈਣਾ ਨਾ, ਅਗਰ ਕਾਪੀ ਹੋ ਜਾਂਦਾ ਤਾਂ ਕਰ ਲਓ। ਮੈਂ ਕਾਪੀ ਨਹੀਂ ਹੋਣ ਲੱਗਾ ਕਿਉਂਕਿ ਉਹ PDF
پیر اسکانی بھائی بیٹھے ہیں، ترجمہ کرا لو، فارسی دا کڑا اڈا مسئلہ ہے۔ انہوں نہیں آتی فارسی، آندی اسی ایران دی زبان ہی فارسی زیادہ ہوتے۔ یہ ساری زندگی ران رہے ہی نہیں ہے نا، اے آخری باری گئے نے فیر کھا کے تو آ گئے نے۔ شکر ہے جان بچ گئی۔ جان بچی سو عربی لاکھوں پائے۔ عربی انہوں نے بلوا لو جنی بلوانی جی، فارسی نہیں بناؤں۔ ہاں یہ فارسی اپنے انہوں کو کروا سکتے ہیں ٹرانسلیٹ اپنے ہم وطنوں کو۔ عامر بھائی یاد آیا میرے نال ایک بلکہ میرے نال نہیں، میرا ایک جانن والا پٹھان ہے جڑا فارسی بولدا ہے، تے کل انشاءاللہ اس دے کولوں میں ونج کے نا تے اس دا جڑا نا میں نا او جناب لی پوچھساں۔ نہیں کر سکتا ملک کیسر سب کے ادھر گئے نہیں۔ نہیں میں کوشش کر رہا سی کہ میں اس کو کنورٹ کراں لیکن وہ ہوئے گا نہیں، فارسی کی بورڈ بھی چاہیے پھر۔ اردو کی بورڈ ہے۔ لکھا کیا ہے آپ پڑھ تو لیجئے، فارسی میں لکھا کیا ہے وہ تو پڑھیے۔ پڑھیں جی۔ پڑھیں جی، ہمیں تو نظر ہی نہیں آ رہا۔ ایک سیکنڈ ٹھہرو، میں کوشش پیج کرتا ان ہوں کہ باکس کر دوں پیر اسکانی بھائی، ایک منٹ ٹھہرے، پیر اسکانی بھائی پڑھ لیجئے۔ اسکرین شاٹ بھیج دوں اس کا ہاں واٹس مجھے ایپ پہ، بھیجو، ہاں مجھے بھیج دو۔ میں بھیجتا ہوں ایک منٹ۔ اچھا بھیج دیا پیر اسکانی بھائی۔ جی ٹھیک ہے، انشاءاللہ دیکھتا ہوں۔ داؤد ناصر نے جا کے بڑک ماری ہے، اج پتہ لگا نا ساڈی کوئی چوری پھڑ لی سی، دیکھیا جی میں آ گیا، میں کر لینا تہاڈے نال گل۔ اچھا یہ میں وہ نے داؤد دیکھ لیا ناصر اس ہے۔ کو۔ ہاں اچھا داؤد ناصر کو چھوڑو، تھوڑا سن لیجئے کیا لکھا ہوا ہے اس میں۔ اچھا 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 سوری۔ ہاں یہ دیکھیں، آذیتنی خبثا فلست بصادق، ترجمہ یہ لکھا ہوا ہے میرا خباثت خود ایزا ادادی پس من صادق نیم، یہ لکھا ہوا ہے۔ ترجمہ اس کا یہ ہے کہ مجھے خباثت سے تو نے ایزا دی تو
پس من صادق نہیں، تو پس میں سچا نہیں، اس کا مطلب یہ ہے۔ آگے اللہ نہیں یخزی، نہیں، دوبارہ کریں ذرا۔ تو نے خباثت سے مجھے ایزا دی، جی، آگے پس من صادق نہیں، تو میں صادق سچا نہیں۔ اوکے، آگے آگے یہ اللہ یخزی، یہ کیا ہے، اوپر کوئی نقطہ ہے یا نہیں مجھے نہیں معلوم، حزبکم ویعزنی، اس کا اردو کا تو ترجمہ یہ ہوگا کہ اللہ یخزی، اللہ جو ہے تجھے رسوا کر دے تیری جماعت کو، یعنی حزبکم جو تمہارے ٹولہ ہے، اللہ سب کو رسوا کرے گا، ویعزنی، اللہ مجھے عزت دے گا۔ اور پارسی میں لکھا ہوا ہے خدا تعالی گرہ شمارہ، رسوا واحد کر، وہ میرا عزت خواہد دادا، یا وہی ترجمہ ہے کہ اللہ تیرے ٹولے کو رسوا کرے گا اور مجھے عزت دے گا، فارسی میں یہ لکھا ہوا ہے۔ نہیں، ترتیب غلط پڑھ رہے ہیں نا، ایک لائن ایک طرف ہے، ایک دوسری طرف ہے، اوپر نیچے نہیں چل رہا، آمنے سامنے چل اچھا رہی اچھا ہے لائنیں۔ اچھا، آمنے سامنے چل رہا ہے، تو آمنے سامنے یہ آپ نے ایک دیکھیں، ہاں، ہاں، آمنے آدیتنی، سامنے چل، جی جی، آدیتنی خبثاً فلستو بصادق، مجھے آپ نے خباثت سے، اردو چھوڑیے، وہ جو فارسی میں لکھا ہوا ہے، ہمارا خباثت خود ایزا دادی فسٹ من صادق نہیں، تو نے مجھے جو ہے خباثت سے جو ایزائیں دی، گویا کہ میں سچا نہیں۔ آگے لم تمت بالخزی یا ابن البغا، اگر یہ تو اردو میں ترجمہ لکھا ہوا ہے، فارسی میں تو نہیں لکھا ہوا۔ لم تمت بالخزی یا ابن البغا، یہ تو اردو میں لکھا ہوا ہے، اگر تو ہے نسل بدکار، ان بدکاران بذلت نمیر، ہاں، اگر تو تو پارسی نہیں ہے، بہرحال اگر تو ہے نسل بدکاران تو پارسی ہے، بذلت نمیری، اس میں یہ کیا لکھا ہوا ہے، اگر تو یہ تو اردو ہے، آگے لکھا ہوا ہے اے نسل بدکار، اے نسل بدکاروں، یعنی ایک جماعت کو کہہ رہا ہے، بہت ساروں کو، ذلت کی موت تم لوگوں کو آئے گی۔ نسل بدکارہ کا فارسی میں کیا معنی ہے؟ ابن البغا، کنزیوں کی اولاد، نسل بدکار یعنی بدکار، ہاں، کنجری آپ کہہ بدکار سکتے ہیں، عورتوں کی اولاد، بدکار بدکار عورتوں عورتوں کی کو، اولاد، ہاں، کنزیوں کی اولاد، فاحشہ کی اولاد۔ علی کیسر صاحب نے کنے ریموو کرتا ہے؟ فارسی میں ہے نسل بدکاراں، نہیں منو نہیں عربی پتا، میں انہیں کسی نے بھی نہیں کیتا۔ نسل بدکاراں، یہ ہے فارسی میں، اس کا نہیں، اردو انہوں نے کسے ترجمہ ہے۔ ریموو کر دیتا ہے؟ میں ویکھنا منیٹر کون ہے، زندہ اثر نہ کوئی بھی نہیں ہے، ویکھنا ایک منٹ۔ عامر بھائی میں چیک کرنا تو ذرا نہیں ماڈریٹر کیتا، کون ہے۔ آپ ہی گیا ہونا تھلے، کوئی پتہ نہیں۔ نہیں کچھ ہویا ہے انہوں نے وہ بندہ عمر میسج بھی بھائی بنانا اسی دا۔ براٹ تے بیٹھے بیٹھے اچانک تلا چلے جاتے ہیں، کوئی دیر نہ بولا تو نہیں ہو کوئی گئی گل۔ میسج انہوں نے آیا ریموو کیتا کسے، ماڈریٹر چیک کر لو نا۔ اچھا پیرستانی کوئی تسی کوئی تشریح کرو نسل بدکاراں دی گل ختم کریے۔ یوسفی ہے پہ، پر یوسفی ایتھے بیٹھے یا نہیں ہے؟ یوسفی تو ساڈا بندہ، انہوں نے تینوں ریموو کرنا ہے۔ مطلب کیسر سب تھلے ہے ہی نہیں نے، ہے ہی کوئی تھلے، نظر ہی نہیں آ رہا۔ تھلے کو نہیں بیٹھے؟ عامر بھائی تھلے کوئی نہیں بیٹھے ہوئے، میرا خیال ڈراپ ہو گیا نا پہ ہی۔ یہ بھی تو سوال میں کر رہے ہیں کہ کس طرح ڈراپ ہوئے نے، اور کن نے ریموو کیتا ہے؟ بلاکنگ لسٹ چیک کرو، کسے بلاک کرتا ہے میرے حال ہے۔ Cioè, più che altro perché non c'è il fabbro, non c'è il fabbro per tagliare i pezzi. نہیں ملک صاحب نہیں بلاک ہے، اے آنا چاہتے، نذیر صاحب آنا چاہتے نے اتنے۔ نذیر صاحب نو لو نا تے نذیر صاحب دسن گے کہ جھوٹ نہیں مرزا صاحب بولیا، جس طرح داؤد ناصر صاحب دس رہے سی نا، نذیر صاحب بھی دسن گے۔
हाँ जी नज़ीर साहब दसो जी। ਨਜ਼ੀਰ ਸਾਹਿਬ ਮਿਰਜ਼ਾ ਸਾਹਿਬ ਨੇ 11 ਸਾਲ ਤੋਂ ਬਾਅਦ ਝੂਠ ਬੋਲ ਦਿੱਤਾ, ਕਿਹਾ ਕਿ ਮੈਂ ਉਹਨੂੰ ਆਖਿਆ ਸੀ ਮੌਲਵੀ ਸਾਦੁੱਲਾ ਲੁਧਿਆਣਵੀ ਨੂੰ ਐ ਸਰਕਸ਼ ਇਨਸਾਨ, ਹਾਲਾਂਕਿ ਮਿਰਜ਼ਾ ਸਾਹਿਬ ਤੇ ਉਹਨੂੰ 11 ਸਾਲ ਪਹਿਲੇ ਆਖਿਆ ਸੀ ਐ ਨਸਲੇ ਬਦਕਾਰਾਂ। हाँ जी आमिर साहब की हाल ठीक हो? ਅੱਲਾ ਦਾ ਕਰਮ ਸ਼ੁਕਰ ਹੈ। खैर खैरियत है। अच्छा आमिर साहब मैं ਤੁਹਾਨੂੰ ਇੱਕ ਗੱਲ ਦੱਸਣਾ ਚਾਹ ਰਿਹਾ ਹਾਂ ਕਿ ਅੱਜ ਫਜਰ ਅੱਛਾ। ਮੈਂ ਜਿਹੜੀ ਨਾ ਨਮਾਜ਼ ਪੜ੍ਹੀ ਹੈ ਤੇ ਤੁਹਾਡੇ ਵਾਸਤੇ ਦੁਆ ਕੀਤੀ ਬੜੀ। ਕਿੱਥੇ ਜਾ ਕੇ ਕੀਤੀ ਦੁਆ? ਮੈਂ ਕਿਹਾ ਫਜਰ ਦੀ ਨਮਾਜ਼ ਪੜ੍ਹੀ ਜਦੋਂ ਨਾ ਤੁਹਾਡੇ ਵਾਸਤੇ ਸਪੈਸ਼ਲ ਦੁਆ ਕੀਤੀ ਮੈਂ। ਫਜਰ ਦੀ ਨਮਾਜ਼ ਤੋਂ ਬਾਅਦ? ਹਾਂਜੀ ਨਮਾਜ਼ ਫਜਰ ਦੀ ਨਮਾਜ਼ ਤੇ ਫਿਰ ਮੈਂ ਸੋ ਅੱਛਾ, ਗਿਆ ਅੱਛਾ। ਤੇ ਫਿਰ ਉਹ ख्वाब देखा ਤੁਹਾਡੇ ਬਾਰੇ ਫਿਰ ਮੈਂ ਮਾਸ਼ਾਅੱਲਾ। ਇੱਕ ਸ਼ੋਰ ਆ ਰਿਹਾ ਕੀ ਹੈ ਕਿਧਰੋਂ ਬੜਾ ਸ਼ੋਰ ਆ ਰਿਹਾ। ਮੈਂ ਮਿਊਟ ਕਰਨਾ, ਮੇਰੇ ਪਿੱਛੇ ਗੱਡੀ ਬੈਠਦੀ ਹੁੰਦੀ। ਹਾਂ ਜਜ਼ਾਕੱਲਾ। ਉਹ ਜਿਹੜਾ ਨਾ ਤੁਹਾਡੇ ਬਾਰੇ ख्वाब ਦੇਖਿਆ ਕਿ ਮੇਰੀ ਤੇ ਤੁਹਾਡੀ ਕਿਧਰੇ ਮੁਲਾਕਾਤ ਹੋ ਰਹੀ ਹੈ, ਮੈਂ ਤੁਹਾਡੇ ਕੋਲ ਮਿਲਣ ਗਿਆ ਨਾ ਤੇ ਤੁਸੀਂ ਜਿਹੜਾ ਨਾ ਆਪਣੀ ਜਿਹੜੀ ਤੁਹਾਡੀ ਹੁਣ ਹੈ ਤੁਸੀਂ ਉਸ ਜਿਹੜੀ ਤਸਵੀਰ ਤੁਹਾਡੀ ਹੁਣ ਹੈ ਨਾ ਉਸ ਵਿੱਚ ਨਹੀਂ ਹੈਗਾ, ਕੋਈ ਹੋਰ ਬੰਦਾ ਹੈਗਾ ਤੇ ਹੈ ਤੁਹਾਡੇ ਨਾਲ ਮੁਲਾਕਾਤ ਤੇ ਮਿਲਦੇ ਹਾਂ ਤੇ ਮੈਂ ਥੋੜ੍ਹਾ ਜਿਹਾ ਡਰ ਵੀ ਰਿਹਾ ਹੁੰਦਾ ਤੁਹਾਡੇ ਕੋਲ ਨਾ ਤੇ ਚਲਦੇ ਜਾਂਦੇ ਹਾਂ ਅਸੀਂ ਗਲੀ 'ਚ ਨਾ ਤੇ ਤੁਸੀਂ ਕੋਈ ਆਪਣਾ ਘਰ ਬਣਾ ਰਹੇ ਹੋ ਜਿਸ ਤਰ੍ਹਾਂ ਨਾ ਉਹਦੇ ਵਿੱਚ ਅਸੀਂ ਚਲੇ ਜਾਂਦੇ ਹਾਂ। ਹੁਣ ਤੁਸੀਂ ਆਪਣਾ ਬਣਾ ਰਹੇ ਹੋ ਜਾਂ ਕਿਸੇ ਦਾ ਬਣਾ ਰਹੇ ਹੋ ਇਸ ਤਰ੍ਹਾਂ ਦਾ ਹੁਣ ਮੈਨੂੰ ਕਨਫਰਮ ਨਹੀਂ ਹੈਗਾ ਹੈ। ਉੱਥੇ ਅਸੀਂ ਜਾਂਦੇ ਹਾਂ ਤੇ ਬੜਾ ਅੱਛਾ ਘਰ ਖੁੱਲ੍ਹਾ ਬੜਾ ਮਤਲਬ ਹਾਫ ਕੰਪਲੀਟ ਹੋਇਆ ਦਾ ਬਣ ਰਿਹਾ ਜਿਸ ਤਰ੍ਹਾਂ ਹੁੰਦਾ ਨਾ ਤੇ ਉਹ ਮੈਨੂੰ ਵੀ ਅੱਛਾ ਲੱਗ ਰਿਹਾ ਵੀ ਅੱਛਾ ਘਰ ਅੱਛਾ ਖੁੱਲ੍ਹਾ ਘਰ ਬਣ ਰਿਹਾ ਬੜਾ ਅੱਛਾ। ਤੇ ਇਹ ਮੰਜ਼ਰ ਜਿਹੜਾ ਨਾ ਫਿਰ ਖ਼ਤਮ ਹੋ ਜਾਂਦਾ ਉਹਦੀ। ਫਿਰ ਮੈਂ ਜਿਹੜੀ ਇੱਥੇ ਥੋੜ੍ਹੀ ਜਿਹੀ ਤਾਬੀਰ ਮੈਨੂੰ ਸਮਝ ਲੱਗੀ ਇੱਥੇ ਮੈਂ ਪੜ੍ਹੀ ਹੈ ਉਹਦੇ 'ਚ ਉਹ ਲਿਖਦੇ ਨੇ ਕਿ और जिसने ये देखा कि वो अपना घर या दूसरे का घर बना रहा है तो उसकी ताबीर ये है कि दुनिया की रगबत में रहेगा। तो यह मंजर देखा है कि भाई दुआ करके जो सुते थे तो जो ख्वाब में चाहे जवाब मिले भी आमिर साहब तो शायद दुनिया की रगबत ही रहेंगे ज़्यादा। जज़ाकल्लाह। ਨਜ਼ੀਰ ਸਾਹਿਬ ਇਹ ਖਾਬ ਮੈਂ ਦੁਬਾਰਾ ਤੁਹਾਡੇ ਕੋਲ ਸੁਣਨਾ ਹੈ, ਖਾਬ ਤੇ ਤਬੀਰ, ਲੇਕਿਨ ਮੈਂ ਨਾ ਇੱਕ ਬੰਦੇ ਨੂੰ ਗੱਡੀ ਰਿਵਰਸ ਕਰਾ ਲਾ, ਮੈਂ ਨਾ ਤੁਹਾਡੀ ਗੱਲ ਪੂਰੀ ਸੁਣ ਨਹੀਂ ਸਕਿਆ, ਮੈਂ ਬਾਹਰ ਰੋਡ ਤੇ 1 ਸੈਕਿੰਡ ਹੋਲਡ ਰੱਖਣਾ ਜਰਾ। चलो ठीक। ਅੱਛਾ ਨਜ਼ੀਰ ਸਾਹਿਬ, ਸੌਰੀ ਨਜ਼ੀਰ ਸਾਹਿਬ, ਉਹ ਨਾ ਇੱਕ ਲੰਮੀ ਗੱਡੀ ਸੀ ਤੇ ਉਹ ਮੇਰਾ ਦੋਸਤ ਸੀ ਤੇ ਮੈਨੂੰ ਕਹਿੰਦਾ ਮੈਨੂੰ ਉਹ ਵਾਕਈ ਪਿੱਛੇ ਉਹਨੇ ਠੋਕਣ ਹੀ ਲੱਗਾ ਸੀ ਤੇ ਮੈਂ ਦੌੜ ਕੇ ਉਹਨੂੰ ਰੋਕ ਲਿਆ
کہ بھئی ਆਵਾਜ਼ ਅੱਛਾ ਤੇ ਆ ਨਾ ਰਹੀ ਹੈ ਜਾਣ। ਫਿਰ ਉਹ ਹੀ ਹਾਂਜੀ ਫਿਰ ਹਾਂਜੀ, ਨਹੀਂ ਉਹ ਆਵਾਜ਼ ਨਿਕਲ ਉਸ ਗਿਆ ਤੋਂ ਹੁਣ, ਉਹਦੀ ਮਦਦ ਕਰਨੀ ਸੀ ਤੇ ਮੈਂ ਤੁਹਾਡੀ ਗੱਲ ਸੁਣ ਨਹੀਂ ਸਕਿਆ ਨਾ, ਮਾਈਕ ਮੈਂ ਮਿਊਟ ਕਰਤਾ ਸੀ, ਲੇਕਿਨ ਉਹਨਾਂ ਨੂੰ ਮੈਂ ਨਾ ਬਾਹਰ ਕਢਾਉਣ ਵਾਸਤੇ ਤੁਹਾਡੀ ਗੱਲ ਸੁਣ ਨਹੀਂ ਸਕਿਆ। ਹੁਣ ਦੁਬਾਰਾ ਗੱਲ ਸੁਣਾਓ। ਖਾਬ ਤੁਸੀਂ ਵੇਖੀਏ, ਫਜਰ ਦੀ ਨਮਾਜ਼ ਪੜ੍ਹ ਕੇ ਮੇਰੇ ਵਾਸਤੇ ਦੁਆ ਕੀਤੀ ਹੈ, ਜੀ ਜੀ ਖਾਬ ਕੀ ਵੇਖੀਏ? ਮੈਂ ख्वाब ही देख ਰਿਹਾ ਕਿ ਮੇਰੀ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਨਾ, ਮਿਲ ਓਕੇ। ਰਿਹਾ ਤੁਹਾਨੂੰ। ਹੂੰ। ਤੇ ਤੁਸੀਂ ਜਿਹੜਾ ਨਾ, ਜਿਹੜੀ ਹੁਣ ਤੁਹਾਡੀ ਤਸਵੀਰ ਹੈ ਨਾ, ਜਿਸ ਤਰ੍ਹਾਂ ਤੁਹਾਡਾ ਸ਼ਕਲ ਸੂਰਤ ਹੈ, ਉਹ ਨਹੀਂ ਹੈਗਾ, ਕਿਸੇ ਹੋਰ ਸ਼ਕਲ ਹਾਂ ਸੂਰਤ ਵਿੱਚ ਕੋਈ ਹੋਰ ਜਵਾਨ ਹੈ ਜਿਸ ਤਰ੍ਹਾਂ। ਹਾਂ, ਸ਼ਕਲ ਹੀ ਮੇਰੀ ਨਹੀਂ। ਹਾਂ ਤੁਸੀਂ ਨਹੀਂ ਹੈਗੇ, ਪਰ ਹੈ ਤੁਹਾਡੇ ਨਾਲ ਮੀਤ ਦੱਸੇ, ਮਤਲਬ ਮੈਂ ਆਮਿਰ ਨਜ਼ੀਰ ਨਾਲ ਮੁਲਾਕਾਤ ਕਰ ਰਿਹਾ। ਲੇਕਿਨ ਬੰਦਾ ਕੋਈ ਹੋਰ ਹੈ। ਹਾਂ ਬੰਦਾ ਕੋਈ ਹੋਰ ਹੈ, ਪਰ ਓਕੇ। ਉਹ ਜਿਸ ਤਰ੍ਹਾਂ ਮੁਲਾਕਾਤ ਹੁੰਦੀ ਹੈ ਤੇ ਗੱਲਬਾਤ ਅਸੀਂ ਕਰਦੇ ਹਾਂ, ਤੇ ਮੈਂ ਥੋੜ੍ਹਾ ਹੂੰ ਜਿਹਾ ਐਵੇਂ ਡਰ ਵੀ ਰਿਹਾ ਹੁੰਦਾ ਕਿ ਆਮਿਰ ਸਾਹਿਬ ਨਾਲ ਮੁਲਾਕਾਤ ਹੋ ਰਹੀ ਹੈ, ਤੇ ਇਹ ਥੋੜ੍ਹਾ ਜਿਹਾ ਮਹਿਸੂਸ ਕਰ ਰਿਹਾ ਹੁੰਦਾ ਨਾ ਵੀ ਕੀ ਬਣੇਗਾ। ਹੂੰ ਪਰ ਚਲਦੇ ਚਲਦੇ ਤੁਸੀਂ ਤੇ ਮੈਂ ਨਾ ਗਲੀ ਜਾ ਰਹੇ ਹੁੰਦੇ ਆ, ਤੇ ਤੁਸੀਂ ਮੈਨੂੰ ਲੈ ਜਾਂਦੇ ਹੋ ਆਪਣੇ ਜਿੱਥੇ ਤੁਸੀਂ ਘਰ ਬਣਾ ਰਹੇ ਹੋ ਨਾ, ਆਪਣਾ ਹੂੰ ਨਵਾਂ ਘਰ ਬਣਾ ਰਹੇ ਹੋ, ਹੂੰ ਉਹਦੇ 'ਚ ਲੈ ਜਾਂਦੇ ਹੋ ਕਿ ਅੱਛਾ ਘਰ ਬਣ ਰਿਹਾ, ਖੁੱਲਾ ਘਰ, ਤੇ ਬੜਾ ਅੱਛਾ, ਮਤਲਬ ਹਾਫ ਕੰਪਲੀਟ ਪੱਕਾ ਘਰ ਬਣਾ ਰਹੇ ਹੋ। ਹਾਫ ਕੰਪਲੀਟ ਹੈ ਹੂੰ ਤੇ ਹਾਫ ਨਹੀਂ, ਤੇ ਉਹਦੇ ਅੰਦਰ ਅਸੀਂ ਮੈਂ ਦੇਖ ਰਿਹਾ ਹੁੰਦਾ, ਤੇ ਮੈਨੂੰ ਵੀ ਅੱਛਾ ਲੱਗ ਰਿਹਾ ਹੁੰਦਾ ਵੀ ਅੱਛਾ ਖੁੱਲਾ ਘਰ ਬਣ ਰਿਹਾ, ਹੂੰ ਸਹੀ ਬਣ ਰਿਹਾ। ਹੂੰ ਤੇ ਉਹ ਇੰਨਾ ਮੰਜ਼ਰ ਫਿਰ ਮੇਰੀ ਮਤਲਬ ਕਿ ख्वाब ख़त्म हो जाती। उसे ਅੱਛਾ। मैं तो ताबीर ਜਿਹੜਾ थोड़ा ਜਿਹਾ देख रहा ना, कि वो हाँ कहना जिसने ये देखा कि अपना घर या दूसरे का घर बना रहा है, तो उसकी ताबीर ये है कि वो दुनिया की रगबत में रहेगा। या पक्का घर, ਜਿਹੜਾ ਕੱਚਾ ਘਰ ਹੈ ਨਾ, ख्वाब भी देखना तो ठीक है, पक्का घर देखना मेरा ख्याल अच्छा नहीं ਹੁੰਦਾ। ਤੇ ਇਸ ਅੱਛਾ ਤਰ੍ਹਾਂ ਅੱਛਾ। ਦਾ ਮੰਜ਼ਰ ਦੇਖਿਆ, ਦੁਆ ਕਰਕੇ ਤੁਹਾਡੇ ਲਈ ਛੱਡਿਆ, ਤੇ ਫਿਰ ਬਸ ख्वाब ਵਿੱਚ ਲੰਮੀਆਂ ਨੇ ਇਹ ਮੰਜ਼ਰ ਦਿਖਾਇਆ। ਹੁਣ ਇਹਦੇ अच्छा, ये 'ਚ पीर अस्कानी भाई है ना, ये भी ख्वाबों की तबीर जानते। पीर अस्कानी भाई, ਜਾਣਦੇ ਨੇ। आपने ख्वाब सुना है नज़ीर साहब का? जी बिल्कुल मैंने सुना है। ਹਾਂ ਵੀ ਪੀਰ ਸਾਹਿਬ ਦੱਸਣ, ਕੋਈ ਉਹਨਾਂ ਨੂੰ ਸਮਝ ਆਈ। इन्होंने एक दफ़ा मुझे बड़ी प्यारी तबीर अपने अपने ही ख्वाब की सुनाई थी ना, मेरे ख्वाब की सुनाई थी, मैंने देखा था ख्वाब इनको, तो उसकी तबीर इन्होंने ऐसी सुनाई कि समझ आ गई कि ये जानते हैं तबीर। तो आपने आज क्या समझा है नज़ीर साहब के ख्वाब की तबीर, क्या समझी है? मुकम्मल उनकी गुफ्तगू मुझे समझ में नहीं आई। बात ये बता रहे हैं कि इन्होंने फजर की नमाज पढ़ी, ये आगाही में पढ़ी या ख्वाब में पढ़ रहे हैं? नहीं, नहीं नमाज नहीं, पढ़ के हाँ मैं अपनी नमाज फजर की नमाज पढ़ी, तो इनके लिए दुआ की आमिर भाई के लिए। हाँ हाँ। तो उसके तो बाद मैं सो गया, नमाज के बाद जब सोया हूँ तो फिर मैंने ख्वाब देखा ये। हाँ, तो नमाज के बाद जब आप सोए हैं, आपने ख्वाब देखा कि आमिर नज़ीर साहब से आपकी मुलाकात हो रही है। जी जी, कहीं मिल रहे हैं जो इनके पास मैं गया हूँ, हाँ, तो गली में यानी खड़े हैं जहाँ हमारी मुलाकात हुई है, और फिर जी ये जी मुझे लेकर जाते हैं अपने घर में ही। बनवा रहे हैं, या इनका अपना घर है या किसी का बना रहे हैं, मतलब उस घर में ले जाते हैं, जी 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 और वो घर पक्का घर बना रहे हैं। और उसमें जाके देखता हूँ तो मुझे भी पसंद आता है कि देखें कितना अच्छा लग रहा है, खुला खुला घर, और फिर जी उसकी वो जो है ना बनावट है, खुला जी अच्छा लग रहा है घर। जी जी और ये मंजर पक्का घर बना रहे हैं, पक्का जी घर है, जी हाफ कंप्लीट है मतलब। जी जी तो वो इस तरह मंजर देखा, तो वो मैं ये मेरे जहन में है कि कच्चा घर देखना अच्छा होता है, पक्का घर देखना अच्छा नहीं है। और दूसरा यहाँ जो ताबीर लिखी हुई है वो ये है कि जिसने ये देखा कि वो अपना घर या दूसरे का घर बना रहा है, तो उसकी ताबीर ये है कि वो दुनिया की रगबत में रहेगा। जी अब जी आप शाह साहब क्या कहते हैं, आपको इसमें क्या लगता है? जी जी। देखिए, ये तो ताबीर है कि आप कर रहे हैं, मैं भी ताबीर ही करूँगा। तो 100% जो है इन ताबीरों पे शायद आप यकीन ना करें, मैं भी यकीन ना करूँ। इंसान को देखा जाता है, उसके किरदार अमाल को देखा जाता है, वाकफ़ियत के हिसाब से फिर उस ख्वाब की बेहतरीन जो है वो तर्जुमानी की जा सकती है। मैं आपसे वाकिफ़ नहीं, आपकी शख्सियत से आपको देखा नहीं, और आमिर नज़ीर से भी उनको मुलाकात ही नहीं, लेकिन हमारी गुफ्तगू यहाँ जितनी होती है उस हिसाब से एक तस्वीर जो है जहन में मौजूद होता है। भाई आपने नमाज़ पढ़ लिया, नमाज के बाद आपने दुआएं की उनके लिए कि अल्लाह उन्हें हिदायत दे, ये है पस मंज़र, यही तो दुआ क्या होगा जी जी कि अल्लाह ये गलत रास्ते पर हैं, ये तो अहमदियत में आ जाएं। आपने ये दुआएं की होंगी, और तो कोई दुआ किया नहीं होगा, है कि नहीं? जी जी हाँ, अब आपको ख्वाब में ये आता है कि आप जाकर मुलाकात कर रहे हैं
عامر رضی صاحب سے. اب عامر رضی صاحب جو ان کی حالت ہے، جو ان کی پوزیشن ہے، جو تصویر ہے، جو عمر ہے، اس میں آپ اس کو نہیں پاتے. جی اس دوسری کو شکل آپ میں ہے، دوسری شکل میں پاتے ہیں، کسی اور کی شکل میں ہے. کسی اور کی شکل میں ہے، لیکن جوان ہے کہ نہیں؟ ہاں وہی وہ 30-35 سال کا جیسے ینگ مین ہاں ہوتا ہے اس طرح کا. جوان ہے، یعنی شکل و صورت یہ نہیں ہے اور ہے. اب آپ ان کے ساتھ گفتگو کرتے ہوئے چلتے ہیں، ان کا جو گھر ہے آپ دیکھ رہے ہیں کہ وہ اپنا گھر بنا رہے ہیں، اور جی کافی جی کشادہ، خوبصورت ہے، مضبوط بھی ہے. تو اس کا پکا گھر ہاف کمپلیٹ ہوا ہوا ہے. ہاں آپ کمپلیٹ، اور ایک پلستر مضبوط نہیں گھر. ہوتا نا جو ابھی تک پلستر ہونا ہے، جیسے آپ ہاف بن. جی میں سمجھ گیا کہ کشادہ گھر ہے اور مضبوط گھر ہے، مضبوط بلڈنگ ہے، بنا رہے ہیں، آپ کو بھی اچھا لگ رہا ہے. تو یہاں تک بات ختم ہو جاتی ہے. اب جی اس کا خلاصہ یہ ہے کہ آپ نے جو ان کے لیے دعائیں کی، آپ کو پیشن گوئی ہوئی کہ بھئی آپ جو بلا رہے ہیں اس کو کہ وہ احمدیت قبول کر لے، وہ ایک ایسے راستے کی طرف جا رہے ہیں مضبوط. اب تک کمپلیٹ نہیں ہوا ان کا کام، زندگی باقی ہے، لیکن گھر اس کے لیے ایک مضبوط بن رہا ہے. آپ کو بھی اچھا لگ رہا ہے، تو آپ کوشش کریں ایسے گھر بنائیں اپنے لیے، اپنے اعمال کو دیکھیں. یہ آپ کو بشارت دے دی گئی کہ آپ کمر کس لیں، اور جو کچھ آپ کر رہے ہیں آپ کی بنیاد ٹھیک نہیں. مضبوط بنیاد، مضبوط کنڈے پر ہے عامر رضی. یہ آپ کی طرف ایک اشارہ ہے، آپ کو دکھایا گیا، آپ اپنی اصلاح کر لیں. مضبوط بلڈنگ میں وہ رہ رہے ہیں، ایک مضبوط قلعے میں. وہ کیا ہے؟ وہ دین ہے. مضبوط انہوں نے جو ہے دین پکڑا ہوا ہے، اس کی دعوت و تبلیغ کر رہے ہیں، اور اپنی عمر گزار رہے ہیں، اور کشادہ راہیں ان کے لیے، اور آپ کو بھی پسند ہے وہ چیز. یہ اس کا ترجمہ ہے خاص جو آپ کو دکھایا گیا کہ آپ اپنی دروبینی کر لیں. ضد انات جو بھی آپ کو ہے عامر رضی صاحب سے، اس کو چھوڑ دیں. ان کی گفتگو کو چیک کریں، دیکھیں. ہے وہ ایک مضبوط قلعے میں، اسلام جو مضبوط قلعہ ہے. سمجھ رہے ہیں؟ اونچ نیچ تو ہر انسان سے ہو جاتی ہے، لیکن ہے مضبوط قلعہ ان کا. جی بھائی. ہاں انشاءاللہ. وہ اصل میں کہہ رہا ہوں کہ جو ایک تو ہے، میں جو تھوڑی سی تعبیر پڑھی ہیں یہ جانتا ہوں، اس میں یہ ہے کہ پکا گھر دیکھنا اچھا نہیں ہوتا. ایک تو یہ بات ہے، کچا گھر دیکھنا اچھا ہوتا ہے. بات یہ ہے کہ اور پس آپ منظر کیا ہے. بات سنیے، پس جی، منظر دیکھا جاتا ہے کہ کس پس منظر میں آپ نے خواب دیکھا. اور وہ یہاں جو میں آپ کو تعبیر یہ لکھی ہوئی ہے نا کہ کوئی گھر دیکھے گا اپنا گھر یا دوسرے گھر بنا رہا ہے، تو اس کی تعبیر یہ ہے کہ وہ دنیا کی رغبت میں رہے گا. یہ دنیا کی طرف جو دنیا کی مضبوطی ہے، دنیا کی پائیداری ہے، اس طرف ہے کہ دنیا میں اس کو سمجھتا ہے کہ پائیدار ہے، اسی میں رغبت دل لگائے رکھے گا، اور اسی کی رنگینیاں جو ہیں، اچھائیاں ہیں، جو اس میں ہی رہے گا. یہ میرے حساب سے تو مجھے تو مطلب ہے کہ جو ادھر پڑا ہے، یا وہ لگتا ہے کہ وہ اس طرف ہے. آپ جو تعبیر کر رہے ہیں بظاہر جو کر رہے ہیں کہ وہ قلعہ مضبوط ہے، گھر تو ابھی تک بنا ہی نہیں، کمپلیٹ ہوا نہیں، ہاف کمپلیٹ ہے. تو ان کی زندگی ختم نہیں ہوئی نا. ہاں ان وہی وہ آپ مقصد یہ ہے وہ ان کی زندگی ختم ہو کہ جائے بن گی تو رہا ہے. ان کا گھر جو ہے وہ پورا تیار ہوگا. ہاں ابھی جی تو بن بالکل. رہا ہے نا، اعمال کر رہا ہے نا بھائی. اور میں یہ اعمال میرے کر رہا ہوں. جی میری طرف، میرے حساب سے تو دنیا کی طرف، مطلب دنیا کی جو مضبوطیاں ہیں ان کی طرف وہ ہے کہ دنیا جی کی مضبوطیوں کی طرف رہے گا. نہیں آخرت کا دنیا نہیں ہے معاملہ، اس میں دنیا کا ہے کہ ٹھیک دنیا ہے. کی اچھائیاں پائے گا اور رہے گا. آخرت والا معاملہ ہے یہ اللہ کی طرف یا اس طرف، وہ نہیں ہوئے گا. میرے نہیں حساب سے مجھے یہ سمجھ آئی تھوڑی. نہیں، مسئلہ اور یہ ہے کہ اگر آپ ان کے لیے دعائیں نہیں کرتے نماز کے بعد، اور پس منظر یہ نہیں ہوتا کہ وہ غلط رستے پر ہیں، غلط ٹرک پر ہیں، ایسے ہی آپ خواب دیکھ لیتے تو آپ یہ کہہ سکتے تھے. آپ کی بات کو میں کاٹ نہیں رہا، میری جی بات کو جی سمجھیے. بات یہ ہے کہ آپ نے دعائیں کی. آپ کو جاننا چاہیے کہ کفار بھی جو دعائیں کرتے ہیں وہ قبول ہوتے ہیں، ان کو بھی بشارت آتی ہے اپنی اصلاح کے لیے، دکھایا جاتا ہے. قرآن مجید میں بھی موجود ہے کہ ہم دکھائیں گے ان کو، وفی انفسہم، آفاق میں، آپ اپنے میں، اپنے آپ میں ان کو دکھائیں گے ہم کہ یہ ہے سچ. اب آپ نے دعائیں کی، بھلے آپ کچھ بھی ہوں، آپ جو ہے اللہ کی مخلوق ہیں، آپ سے اللہ کو نفرت نہیں. اللہ تو چاہتا ہے کہ آپ صحیح چیز کی طرف آئیں،
رجوع کر لیں. آپ نے جو دعائیں کی اس پس منظر میں یہ سارا کچھ آپ کو دکھایا جا رہا ہے کہ دیکھو وہ اپنی زندگی گزار رہا ہے, اپنا مضبوط ٹھکانہ بنا رہا ہے, مضبوط جو ہے قلعے میں ہے وہ. اب جب وفات پا جائے گا ان کے لیے جو ہے وہ مضبوط گھر ہے, اور وہ سبحان اللہ کہہ دیا ایک درخت لگتا ہے. جتنے بھی نیکیاں کرتے رہتے ہیں وہیں آپ کا گھر جو ہے مضبوط ہوتا رہتا ہے, کشادگی ہوتی رہتی ہے, درجات بلند ہوتے رہتے ہیں. اب تو وہ وفات تو نہیں پا گئے کہ آپ نے خواب دیکھا, وہ زندہ ہیں. پس منظر یہ ہے کہ آپ طلبگار ہیں ان کی ہدایت کا. جواب آپ کو یا کہ وہ مضبوط قلعے میں ہیں, وہ اپنا گھر صحیح بنا رہے ہیں, بڑا کشادہ. جی جی شاہ صاحب, وہ میں کہہ رہا ہوں یہ جو تعبیر یہاں لکھی ہوئی ہے, میں پڑھ رہا ہوں نا یہ کتاب میں جو لکھی ہوئی اس میں وہی کہہ رہے ہیں کہ یہ دنیا کی رغبت میں رہے گا. اگر اپنا گھر بناتا ہے یہ کسی کا نا, تو اس میں اس کی تعبیر یہ ہے کہ وہ دنیا کی رغبت میں رہے گا, دنیا کی. آپ کو اب مجھے ادھر یہ تعبیر میں یہاں پڑھ رہا ہوں جو کہ گھر بنانا, پکا گھر یا اس طرح گھر بنانا, وہ دنیا کی رغبت میں رہنے کی طرف اشارہ ہوتا ہے کہ یہ بندہ دنیا کی طرف ہی رہے گا, دین کی طرف یا اللہ کی طرف نہیں ہے. اللہ تعالیٰ نے جو میں نے کن کی کتاب سے آپ پڑھ رہے ہیں؟ کہ یہ فی الحال دنیا کی طرف ہی رہے گا. اس کن کی کتاب سے پڑھ رہے ہیں محترم؟ یہ ایک تعبیر الرؤیا کی کتاب ہے میرے پاس. کون ہے؟ یہ ایک تو وہ یہ اس کے مجھ سے جو ہے نا وہ پہلے صفحات جو پہلے نام والے ہیں وہ کہیں ٹوٹ پھٹ گئے ہیں. بھئی کون ہے لکھنے والا جو تعبیر کر؟ اس کے پہلے پیجز جو ہے نا وہ سارے پھٹے ہوئے ہیں, وہ ادھر ہے نہیں. آخری اور پہلے سارے پھٹ گئے ہیں, اس کے پیجز ہیں نہیں میرے پاس. آپ کو معلوم نہیں ہے کہ وہ کون ہے تعبیر کر رہا ہے. ٹھیک ہے, اچھی بات ہے. یہ ہے تو چھپی ہوئی ایک تعبیر الرؤیا ہے اس کی, ابن سیرین کی. نہیں, یہ ابن سیرین کی کتاب سے آپ پڑھ رہے ہیں, کیا صفحہ نمبر ہے ان کا؟ یہ دوسری ہے, اس کا میرے پاس وہ نہیں ہے. تو پھر تو چھوڑ دیجیے نا. آخری جس پر ٹائٹل ہوتا ہے وہ ہے وہ پھر نہیں, اس کا پھر کوئی مستند نہیں ہے. تو اب مجھے اگر یاد آ جائے ذہن میں کہ کون سی بک تھی, اس کے صفحے پھٹ چکے ہیں. اچھی بات ہے. بات یہ ہے کہ جو آپ بات بتا رہے ہیں, ہاں اس میں یہ لکھا ہوا ہے تعبیر کہ وہ دنیا کی رغبت میں رہے گا. جو گھر بناتا ہے کسی کا یا اپنا, اس کی آگے تعبیر وہ یہ کرتے ہیں کہ وہ دنیا کی رغبت میں رہے گا, دنیا پسند کرے گا. اس میں یہ لکھا ہوا ہے کہ اگر کسی کے لیے آپ دعا کرتے ہیں کہ وہ سیدھے رستے پہ آئے, گویا کہ آپ یہ سمجھتے ہیں کہ وہ بھٹکا ہوا ہے. پھر اگر آپ یہ دیکھ لیں کہ وہ گھر بنا رہا ہے اور پکا گھر ہے, یہ دنیا کی رغبت ہے, کیا یہ پس منظر اس میں ہے؟ نہیں, یہ تو وہ دعا کرنا, وہ تو یہ تو ٹھیک ہے. کسی نے خواب میں دیکھ لیا, سن لیجئے, کسی نے خواب میں دیکھ لیا کہ کوئی گھر بنا رہا ہے یا کوئی دوسرا گھر بنا رہا ہے اپنے لیے یا کسی اور کے لیے, پکی مضبوط گھر ہے اور کافی کشادہ ہے, تعبیر میں یہ لکھا ہوا. سن لیجئے. جی یہ میں تعبیر میں جو لکھی وہی منظر جو میں نے دیکھا ہے اس میں وہ تعبیر جو بتا رہا ہے. اچھی بات ہے, ٹھیک ہے. اس میں یہ ہے کہ رغبت دنیا کی رغبت میں رہے گا. اچھی بات ہے نذیر صاحب, ٹھیک ہے. تعبیر میں لکھی ہوئی ہے, تعبیر میں لکھی ہوئی ہے, تعبیر میں لکھی ہوئی ہے. یہ بات تعبیر میں لکھی ہوئی ہے, یہ بات تعبیر میں لکھی ہوئی ہے, بات تعبیر میں لکھی ہوئی ہے. گھر بنانا تعبیر میں لکھی ہوئی ہے, یہ بات گھر بنانا تعبیر میں لکھی ہوئی ہے. گھر بنا رہا ہے نا کوئی, تعبیر میں لکھی ہوئی ہے. میں کیا پوچھ رہا ہوں, آپ کیا کہہ رہے ہیں؟ جی آپ کیا, یہ تعبیر میں لکھی ہوئی ہے نا, بس بات ختم ہوگی. تعبیر میں لکھی ہوئی ہے. نہیں شاہ صاحب جو میں نے خواب دیکھا, جو نذیر صاحب یہ تعبیر میں لکھی ہوئی ہے نا. ہاں جی بس بات ہی ختم ہو گئی. تعبیر میں لکھی ہوئی ہے, بس کوئی پس منظر نہیں, کوئی اور باتوں کا جواب نہیں, تعبیر میں لکھی ہوئی ہے. بھائی نذیر صاحب سن لیجئے, مین یہ نہیں ہے, مین یہ نہیں ہے, مین یہ ہے کہ آپ کے دماغ میں کیا شش و پنج ہے, آپ نے اللہ سے کیا دعائیں کی, یہ ہے مین. اب آپ کو کیا دکھایا گیا, ویسے آپ نے کوئی خواب دیکھ لیا, دعا کی اللہ سے ان کی ہدایت کے لیے, تو اللہ میاں نے جواب دیا کہ وہ دنیا کی رغبت میں رہیں گے. بس اللہ نے آپ کو یہ دکھا دیا کہ مضبوط صحن اور قلعے میں ہے, اور اپنا گھر جو ہے تیار کر رہا ہے. مضبوط قلعے میں دیکھنا اچھا نہیں ہوتا نا شاہ صاحب. کیوں؟ جو ہے اسلام میں ہے وہ تو مضبوط قلعے میں ہے, مضبوط صحن میں ہے. اس کو ظاہری طور پر لے رہے ہیں نا, تعبیر اس کی الٹ ہوتی ہے, اپوزٹ. ہاں تعبیر الٹ ہوتی ہے. اب انہوں نے یہ دیکھا تعبیر لکھی ہے نا, گھر بنانا یا مطلب اس دنیا میں گھر بنانا, یہ لکھا ہوا ہے کہ کسی نے خواب میں جو ہے نماز پڑھ کے دعا کی کسی کے لیے, بعد میں یہ دیکھا ہے کہ یہ لکھا ہوا ہے. شاید یہ اردو صاف نہیں ہے, آپ یہ کوئی سمجھ نہیں آ رہی.
کسی کا دعا کرنا. یہ تعبیروں کی بک ہے. اب اس میں تو یہی لکھا ہوا ہے. تعبیروں کی بک پتہ نہیں کس کی ہے. ہاں یہ مجھ سے اب وہ ہے کہ اس کے پیجز نہیں ہیں اوپر, پہلے والے بڑے اور آخری والے نہیں. یہ افسوس کی بات ہے. ہاں یہ اگر آپ وہ پھٹ چکی ہیں. بک ہوتا میرے کسی پاس کی مستند تو اس کو دیکھ بھی لیتے کہ کیا لکھا ہوا ہے. ممکن ہے کہ وہ آگے پیچھے آپ پڑھ بھی نہ رہے ہوں, یہ بھی تو اس میں لکھا, اب یقین نہیں جیسے کیا جا سکتا نا. ہے میرے خیال میں وہی ایک دفعہ ابن سیرین کے پاس ایک شخص آیا اور بیان کیا خواب میں میں نے یہ دیکھا. تو یہ ملفوظات جلد چہارم 331 اور اس طرح کے حوالے بھی بیچ میں نیچے کچھ صفحوں پہ دیے ہوئے ہیں, پر وہ ملفوظات, پہلا صفحہ جو اس کا نام تھا بک کا وہ اب نہیں ہے. افسوس کی بات ہے. یہی تو مشکل ہوا نا, یہ یہی تو بات مشکل ہوا. ٹھیک ہے نذیر صاحب. چلیں جزاک اللہ. بہرحال یہ ابھی میں نے تو یہ دیکھا, بتا دیا عامر بھائی کو واقعی. ہاں اچھا کیا, ہم نے بھی تو جو بتا بھی دیا, آپ بھی تو دیکھ لیں, آپ بھی تو دیکھ لیں. جی جو جس کے لیے بہتری ہے اللہ تعالیٰ اس کے لیے اچھا کر دے. اللہ تو دکھاتا ہے, ہاں جی اللہ دکھا دیتا ہے. اچھا لیکن ایک یہ خواب نا, معذرت میں تھوڑا بزی تھا پھر اسکانی بھائی معذرت, وہ ایک خواب پرسوں رات کو حسینی صاحب نے بھی دیکھا ہے میرے بارے میں. آپ کا کیا نام ہے, نذیر صاحب جی 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 پوچھے انہوں نے پرسوں رات کو کیا دیکھا ہے. حسینی صاحب نے دیکھا. وہ کہہ رہے تھے کہ میں نے خواب میں دیکھا, کل میں گیا پرسوں, حسینی صاحب نے دیکھا. ہاں کہہ رہے تھے کہ میں اٹلی گیا ہوں تم سے ملنے, تو کوئی بہت بڑی مسجد ہے اور بہت خوبصورت ہے, اور اس میں قالین لگا ہوا ہے شاید دیواروں کے ساتھ, یا اس طرح کا کہہ رہے تھے کہ پورا وہ لگا ہوا ہے دیواروں کے ساتھ, کارپیٹ سے لگا ہوا ہے, بہت خوبصورت مسجد ہے. دیکھ کر میرا بڑا دل خوش ہوا ہے, تو وہاں آپ سے ملاقات ہوئی ہے. اس طرح کا کوئی خواب بیان کر رہے تھے. پورا میرا خیال میں نے سنا نہیں غور سے, لیکن وہ بھی کوئی بڑا خوبصورت خواب بیان کر رہے تھے. اچھا میں نے بھی رات کو خواب دیکھا باخدا کہ میں جو ہے نا آپ کے ساتھ مغرب کی نماز پڑھ رہا ہوں. قسم ہے بس سارے میرے آپ ہی سو جایا کرو, سانو وہ کب ڈرا دیں. میرا جو اکاؤنٹ ہے نا وہ ہو گیا تھا بلاک. میں نے پھر ان کو میسج کیا, کال کی, تو وہ کہتے ہیں تمہاری 100+ وائلیشنز ہیں, لوگ رپورٹ کرتے ہیں آپ کے اکاؤنٹ کو. پتہ نہیں میں نے کیڑی وائلیشن رپورٹنگ کون کرتا ہے کون نہیں کرتا, واللہ عالم. چلیں اس کی تو خیر اس کی تو پرواہ نہ کریں. اچھا خواب آپ نے کیا دیکھا, کب دیکھا ہے؟ میں نے رات کو خواب میں دیکھا ہے کہ میں نے آپ کے ساتھ مغرب کی نماز پڑھی ہے, اور بڑی خوبصورت جگہ ہے, ایک بڑی خوبصورت جگہ. نیچے کہہ رہا ہے, اور ڈاکٹر نیچے کہہ رہا ہے بھابی جی نو بنا لے. ٹھیک ہے اے تسی لوکاں دے خواب وچ آ رہے ہو, لگدا تانوں بھی جڑا نا چیما صاحب دی طرح ہن کچھ کرنا پڑے گا. راجا صاحب میں نے کہا تسی بھی چیما بن جاؤ, چیما. جیسے پہاڑی علاقہ نہیں ہوتا, بڑی خوبصورت جگہ ہے. وہاں پہ ایک بڑا خوبصورت چشمہ ہے, تو میں جاتا ہوں وضو کرنے کے لیے, تو مجھے پانی نہیں ملتا نا, تو پھر مجھے ایک بندہ بتاتا ہے کہ یہ بٹن کو دباؤ گے تو یہاں سے دریا بہے گا. تو میں نے اس بٹن کو دبایا تو بہت زبردست پانی ایسے آیا نا, نیم گرم پانی, بڑا اچھا. تو میں نے اسے وضو کیا تو آگے دیکھا تو یہ کھڑے ہوئے تھے عامر نذیر بھائی, کسی کے ساتھ ایسے بات چیت کر رہے تھے. میں نے یہ پوچھا کہ عصر کی پڑھنی ہے ابھی یا مغرب کی, کیونکہ میری عصر کی جو ہے نا وہ میں نے کہیں اور پڑھ لی ہوئی ہے. کہتے نہیں ابھی مغرب کی پڑھیں گے, 2 منٹ ٹھہر جو. پھر باتیں کرتے رہے, پھر ہم نے وہاں کٹھے نماز پڑھی. بڑا خوبصورت خواب ہے. پانی بہت اچھا تھا, بہت خوبصورت پانی تھا اور گرم. پھر بہت میرا بھائی خوبصورت بھی خواب. آیا. السلام علیکم پیر صاحب. پچھلے دن میں نے بھی عامر بھائی کو دیکھا تھا, کوئی مہینہ پہلے بتایا تھا. عامر بھائی ہے, عامر بھائی ادھر کے کوئی نہیں, میں بھی آیا ہوں. اچھا ملک قیصر صاحب, آپ کی خواب کی تعبیر یہ ہے, ہلکا پھلکی بات سن لیجئے. جی جی آپ کی خواب کی تعبیر یہ ہے, واللہ عالم, کہ آپ ہر تاریکی میں ان کا ساتھ دے رہے ہیں. جہاں کئی اٹیک ہوتا ہے, کچھ ہوتا ہے, اس طرح کی باتیں ہوتی ہیں نا, تو آپ ہاں جی ساتھ دیتے ہیں, آتے ہیں, لڑتے ہیں, یہ کرتے ہیں. یہ ہے خواب. جو کچھ سش و پنج ہے وہی آپ کو دکھایا گیا, آپ کا خوبصورت عمل بتایا گیا آپ کو. جی جی, تھینک یو سو مچ.
मैंने बुजुर्ग हस्ती देखी हैं जी, कोई बहुत खूबसूरत नूरानी चेहरा, सफेद दाढ़ी। राय साहब मुझे टाइम मिल जाएगा फिर, मैंने ना माइक म्यूट कर देना कि इजाज़त है आपकी। जी जी। और पीर साहब मैं भी यही कह रहा हूँ, मैंने आमिर भाई को बताया भी था, पूछ सकते हैं। मैंने बोला था कि मैं ना आपसे मिला हूँ, तो उसके बाद उधर मिल के मेरे ख्याल से जहाँ तक मुझे याद है, मिल के तो फिर मैं उनके साथ टिक टाक पे ऐसे ही तरह अभी बैठे हुए हैं ना, इसी तरह लाइव बैठता हूँ। मेरे अंदाजे कि यही सिर्फ हुआ आप था। तो हदीस नफ्स में आ जाता है। हदीस नफ्स जो नबी अलैहिस्सलाम ने ख्वाबों के बारे में बताया कि एक ख्वाब बुशरा मिन अल्लाह और ये है तखवीफ़ मिन शैतान, और एक किस्म ये है कि हदीस नफ्स, ये वो उनमें आ जाता है जो कुछ आपके दिलो दिमाग में वही आपने देखा। जी भाई राजा साहब बताइए। सर मैंने ख्वाब देखा है कि बहुत ही खूबसूरत और नूरानी चेहरे वाले कोई बुजुर्ग हस्ती हैं, जैसे नूर बरस रहा है उनके चेहरे से। तो मैंने बस ये नहीं मुझे पता चल सका ये कौन है। ये आपके नेक आमाल, अच्छे आमाल हैं। अच्छा, बहुत शुक्रिया सर, थैंक यू। गो जी आमिर भाई, मेरा ख्याल है कि ਤੁਸੀਂ ਆਪ ਹੀ ਸੋਚ ਸਾਨੂੰ ਵਕਤ ਪਾ ਦਿੰਦੇ ਹੋ। ਐਵੇਂ ਇੱਕ ਤਾਂ बहरहाल ਹੀ ਤਾਂ ਘਰ ਵੀ बहरहाल ਪਹੁੰਚਿਆ। ਅੱਜ ਅਮਰ ਭਾਈ ਸੋਸਨ ਬੜੇ ਆਰਾਮ ਨਾਲ ਸਕੂਨ ਨਾਲ ਇਸ ਵਾਸਤੇ ਕਿ ਇਹਨਾਂ ਨੇ ਅੰਦਰ ਕਿਸੇ ਗਲਤ ਖਾਬ ਨਹੀਂ ਦੇਖੀ। ਹੁਣ ਅਮਰ ਭਾਈ ਇਹ ਪਹਿਲਾਂ ਲੈਣਾ ਹੀ ਰਹਿਣਾ ਜੇ ਵਧਾਣਾ ਜੇ। नहीं है नहीं, असल च ना मतलब कैसर साहब वो अपना करो कंप्यूटर ऑन। ਨਹੀਂ ਉਹ ਮੈਂ ਹੁਣ ਆਨ ਨਹੀਂ ਕਰ ਸਕਾਂਗਾ। ਉਹਨਾਂ ਨੇ ਕਿਹਾ ਕੋਈ अच्छा ਮਸਤੀ ਨਹੀਂ ਕਰਨੀ ਬਿਲਕੁਲ ਵੀ, ਨਹੀਂ ਤੇ ਪਰਮਨੈਂਟਲੀ ਬਲੌਕ ਕਰ ਦੇਣਗੇ। नहीं कंप्यूटर ऑन करके ਕੰਪਿਊਟਰ ਤੇ नहीं, ਆਨ ਤੁਸੀਂ ਕਿਹੜੀ ਅੱਗੇ ਮਸਤੀ ਕੀ ਕੰਪਿਊਟਰ ऑन करके ਤੁਸੀਂ ਅੱਗੇ ਕੋਈ ਆਪਣੇ ਉਹਦੇ ਚ ਕਿਹੜੀ ਮਸਤੀ ਹੈ? ਪਤਾ ਨਹੀਂ, ਮਤਲਬ ਮੈਨੂੰ ਤੇ ਇਹੀ ਹੈ ਕਿ ਤੇਰਾ ਅਕਾਊਂਟ ਜਿਹੜਾ ਨਾ ਫਿਰ ਦੁਬਾਰਾ ਇਸ ਨਾਂ ਤੋਂ ਜਾਂ ਇਸ ਫੋਨ ਨੰਬਰ ਤੋਂ ਕੋਈ ਹੋਰ ਅਕਾਊਂਟ ਤੂੰ ਬਣਾ ਵੀ ਨਹੀਂ ਸਕੇਗਾ। 100 ਤੋਂ ਜ਼ਿਆਦਾ ਕੰਪਲੇਂਟ ਨਹੀਂ ਤੁਸੀਂ ਅਪੀਲ ਵਗੈਰਾ ਕਰਕੇ ਉਹਨਾਂ ਨੇ ਕਿਹੜੀ ਕਿਹੜੀ ਕੰਪਲੇਂਟ ਕਹੋ, ਕਿਹਦੇ ਬਾਰੇ ਕੰਪਲੇਂਟ ਦੀ ਡਿਟੇਲ ਪੰਚਾਇਤ ਦੀ ਕਦੀ ਕੰਪਲੇਂਟ ਹੈ? ਉਹ ਕਹਿ ਰਿਹਾ ਵਾਇਲੇਸ਼ਨ ਕਰਦਾ ਹੈ, ਹੇਟ ਸਪੀਚ ਵਾਇਲੇਸ਼ਨਸ ਇਸ ਤਰ੍ਹਾਂ ਦੀ ਹੈ ਨੇ। ਚਲੋ ਉਹਦਾ ਕੋਈ ਬੰਦੋਬਸਤ ਕਰ ਲੈਂਦੇ ਆ ਭੈਣ। ਹਾਂਜੀ ਹੇਟ ਸਪੀਚ ਤੁਸੀਂ ਕਰਦੇ, ਹਾਲਾਂਕਿ ਮੈਂ ਤੇ ਹੁਣ ਗਾਲਾਂ ਹੇਟ ਸਪੀਚ ਤੁਸੀਂ ਕਰਦੇ। ਇਹਦੇ ਪਾਸੇ ਜਾਈਏ ਤੇ ਗਾਲਾਂ ਕੱਢਾਂ ਤੇ ਉਹ ਬਲਾਕ ਮਾਰਦੇ, ਜੇ ਨਾ ਕੱਢਾਂ ਤੇ ਆਪਣੇ ਬਲਾਕ ਮਾਰਦੇ। चलो ऐसा ही है, इतना ही मुश्किल है। ਤੁਹਾਡੀ ਆਵਾਜ਼ ਕੱਟ ਰਹੀ ਹੈ ਆਮਿਰ ਭਾਈ। ਮਲਕ शायद ਸਾਹਿਬ इतने सिग्नल ऊपर के बल्ला वाला मैं क्या इस तरह। ਹਾਂ ਜੀ ਯੂਸੀ ਭਾਈ। ਮਲਕ ਸਾਹਿਬ ਹੇਟ ਸਪੀਚ ਨਾ ਕਰਿਆ ਕਰੋ ਨਾ, ਲੋਕੀ ਨਾ ਤੁਹਾਨੂੰ ਸਟ੍ਰਾਈਕ ਮਾਰਨ ਜਾਂ ਕੰਪਲੇਨ ਨਾ ਕਰਨ ਤੁਹਾਡੀ। ਕਿਉਂ ਨਹੀਂ ਕਰਦੇ? ਮੈਂ ਕੋਈ ਐਸੀ ਹੇਟ ਸਪੀਚ ਕੀਤੀ ਤੇ ਨਹੀਂ ਹੈ, ਮਤਲਬ ਮੈਂ ਤੇ ਹੁਣ ਗਾਲਾਂ ਵੀ ਕੱਢਣੀਆਂ ਛੱਡ ਦਿੱਤੀਆਂ, ਮੈਂ ਤੇ ਮਾਈਕ ਲਿਆ ਵਾਪਸ ਕਰਾ ਦਿੱਤਾ। ਨਹੀਂ ਉਹ ਤੇ ਜਿਹੜਾ ਇਹ ਤੇ ਠੀਕ ਹੈ ਨਾ ਬਰੋਡ ਤੇ, ਜਿਹੜਾ ਤੁਸੀਂ ਖਾਬ ਚ ਕਰਦੇ ਹੋ ਉਹਦੇ ਤੇ ਉਹਦੇ ਤੇ ਤੁਸੀਂ ਸਾਨੂੰ ਦੱਸਦੇ ਨਹੀਂ ਹੋ ਨਾ, ਉਹਦੇ ਤੇ ਕੰਪਲੇਨ ਹੋ ਸਕਦੀ। ਇਹ ਦੇਖਿਓ ਖਿਲਖਿਲਾ ਕੇ ਹੱਸ ਰਹੇ ਹੋ, ਇਹਦਾ ਮਤਲਬ ਤੁਸੀਂ ਕਰਦੇ ਹੋ। ਮਲਕ ਸਾਹਿਬ ਵਾਸਤੇ ਇਹ ਕੰਪਲੇਂਟ ਨਾ ਹੋਵੇ ਕਿ ਗਾਲੀਆਂ ਹੁਣ ਨਹੀਂ ਕੱਢਦੇ। ਨਹੀਂ ਨਹੀਂ ਬਿਲਕੁਲ ਵੀ ਨਹੀਂ। ਉਹ ਲੋਕ ਇਹ ਕੰਪਲੇਂਟ ਕਰ ਰਹੇ ਹੋਣਗੇ ਕਿ ਗਾਲੀਆਂ ਨਹੀਂ ਕੱਢਦੇ ਮਲਕ ਸਾਹਿਬ। ਹਾਂ ਨਹੀਂ ਹੁਣ ਗਾਲੀਆਂ ਨਹੀਂ ਕੱਢਣੀਆਂ, ਨਾ ਹੀ ਕਿਸੇ ਦੀ ਤੋਹੀਨ ਕਰਨੀ ਹੈ। ਸਭ ਨਾਲ ਅੱਛੇ ਤਰੀਕੇ ਨਾਲ ਗੱਲ ਕਰਨੀ ਹੈ। ਕੋਈ ਗੱਲ ਮੰਨੇ ਤੇ ਠੀਕ, ਨਹੀਂ ਮੰਨੇ ਤੇ ਅੱਲਾ ਜਾਣੇ ਤੇ ਉਹ ਜਾਣੇ। ਇਹ ਤੇ ਬੈਸਟ ਹੈਗਾ ਜੀ ਬਸ। ਤੇ ਵੈਸੇ ਜਦੋਂ ਤੁਸੀਂ ਗਾਲਾਂ ਕੱਢਣੀਆਂ ਛੱਡੀਆਂ ਨਾ, ਉਹਦੇ ਨੂੰ ਕੰਪਲੇਨ ਹੋਈ ਹੈ, ਮੈਨੂੰ ਲੱਗਦਾ ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕਰੋ ਤਾਂ ਕੰਪਲੇਨ ਕੋਈ ਨਹੀਂ ਕਰੇਗਾ। ਹਾਂਜੀ ਉਹੀ ਕਹਿ ਰਹੇ ਯੂਸਫ ਸਾਹਿਬ, ਸਮਝ ਉਹਨਾਂ ਨੂੰ ਜਿਹੜੇ ਉਹ ਪਸੰਦ ਕਰ ਰਹੇ ਸਨ, ਉਹਨਾਂ ਨੂੰ ਪਰੇਸ਼ਾਨੀ ਲੱਗ ਗਈ ਹੋਣੀ। ਸਹੀ ਕਹਿ ਰਹੇ ਹੋ।
ਅੱਛਾ ਤੁਸੀਂ ਮਲਕ ਸਾਹਿਬ ਅੱਧਾ ਕੰਮ ਤੇ ਕੀਤਾ ਹੈ, ਅਗਰ ਅੱਧਾ ਕੰਮ ਹੋਰ ਕਰ ਲਓ ਤੇ ਮੇਰਾ ਖਿਆਲ ਹੈ ਉਹ ਫਿਰ ਕੰਪਲੀਟ ਹੋ ਜਾਏਗਾ ਸਾਰਾ ਮਸਲਾ। ਕਿਹੜਾ ਕੰਮ ਕਰੀਏ ਦੱਸੋ? ਮਤਲਬ ਹੁੰਦਾ ਹੈ ਕਿ ਹੁਣ ਤੁਸੀਂ ਜਿਹੜੀ ਇੱਕ ਤੇ ਤੁਸੀਂ ਆਪਣੀ ਤਰਫੋਂ ਇਹ ਕੋਸ਼ਿਸ਼ ਕੀਤੀ ਹੈ ਨਾ ਬੜੀ ਅੱਛੀ, ਤੇ ਉਹਦੇ ਨਾਲ ਮਤਲਬ ਅੱਧਾ ਕੰਮ ਹੋ ਗਿਆ। ਇੱਕ ਕੋਸ਼ਿਸ਼ ਹੋਰ ਕਰ ਲਓ ਕਿ ਤੁਸੀਂ ਅੱਲਾਹ ਤਾਲਾ ਕੋਲ ਵੀ ਰਹਿਨੁਮਾਈ ਮੰਗ ਲਓ ਨਾ, ਵੀ ਮੇਰੀ ਇਹ ਪਰਵਰਦਿਗਾਰ ਮੇਰੀ ਰਹਿਨੁਮਾਈ ਕਰ। ਮੈਂ ਬਿਲਕੁਲ ਰਹਿਨੁਮਾਈ ਮੰਗੀ ਹੈ ਤੇ ਹਾਂਜੀ ਅੱਲਾਹ ਤਾਲਾ ਨੇ ਕਿਹਾ ਕਿ ਜੋ ਗੱਲ ਸਾਹਮਣੇ ਆਏ ਸਮਝ ਨਾ ਆਏ अल्लाह और अल्लाह के रसूल की तरफ लौटा दो बस। ਜੇ ਉੱਥੋਂ ਰਹਿਨੁਮਾਈ ਮਿਲ ਜਾਏ ਤਾਂ ਬਿਸਮਿल्ला। ਨਹੀਂ ਉਹ ਹਾਂ ਉਹ ਗੱਲ ਵੀ ਹੈ, ਬਜ਼ਾਹਿਰ ਮਤਲਬ ਹੈ ਕਿ ਬਿਲਕੁਲ ਰਹਿਨੁਮਾਈ ਤੋਂ ਮੁਰਾਦ ਇਹ ਹੁੰਦੀ ਹੈ ਕਿ ਬਈ ਅੱਲਾਹ ਤਾਲਾ ਉੱਥੇ ਉਸ ਮੰਜ਼ਿਲ ਤੇ ਪਹੁੰਚਾ ਦੇ ਜਿੱਥੇ ਤੂੰ ਸਮਝਦਾ ਹੈ ਕਿ ਇਹ ਮੰਜ਼ਿਲ ਦਰੁਸਤ ਹੈਗੀ। ਨਜ਼ੀਰ ਸਾਹਿਬ ਤੁਹਾਨੂੰ ਰਹਿਨੁਮਾਈ ਮਿਲੀ ਹੈ ਅੱਲਾਹ ਤਾਲਾ ਦੀ ਤੇ ਤੁਸੀਂ ਨਹੀਂ ਲੈ ਰਹੇ, ਤੇ ਇਹਨਾਂ ਨੂੰ ਕੀ ਮਸ਼ਵਰਾ ਦੇ ਰਹੇ ਹੋ? राजा भाई ਜੀ ਜੀ ਉਹੀ ਮਤਲਬ ਹੁੰਦਾ ਨਾ, ਮੈਂ ਇਹੀ ਕਹਿ ਰਿਹਾ ਕਿ ਚਲੋ ਕਿਸੇ ਨੂੰ ਮਿਲੇ ਜਾਂ ਨਾ ਮਿਲੇ, ਕਿ ਪਰਵਰਦਿਗਾਰ ਦੀ ਜਿਹੜੀ ਜ਼ਾਤ ਹੈਗੀ, ਜਿਹੜਾ ਖਾਲਿਕ ਮਾਲਿਕ ਹੈਗਾ ਯਾਰ, ਤੇ ਉਹਦੇ ਕੋਲ ਜਿਹੜਾ ਜਾਣਨ ਵਾਲਾ ਹੈ ਸਾਰੀਆਂ ਗੱਲਾਂ, ਜਿਹੜਾ ਦੇਣ ਵਾਲਾ ਹੈ, ਜਿਹੜਾ ਸਮਝਾਉਣ ਵਾਲਾ ਹੈ, ਜਿਹੜਾ ਹਦਾਇਤ ਦੇਣ ਵਾਲਾ ਹੈ, ਜਿਹਦੇ ਕੋਲ ਸਭ ਖਜ਼ਾਨੇ ਨੇ, ਸਭ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹਦੇ ਦਰਬਾਰ 'ਚ ਬੰਦਾ ਕਿਉਂ ਨਾ ਜਾਵੇ, ਉੱਥੇ ਕਿਉਂ ਨਾ ਦਰਖਾਸਤ ਕਰੇ, ਉੱਥੋਂ ਕਿਉਂ ਨਾ ਰਹਿਨੁਮਾਈ ਚਾਹੇ, ਉੱਥੋਂ ਕਿਉਂ ਉਹਦੇ ਨਾਲ ਕਿਉਂ ਨਾ ਮੁਹੱਬਤ ਕਰੇ, ਉੱਥੋਂ ਹੀ ਤਾਂ ਸਭ ਕੁਝ ਮਿਲਣਾ। ਅਸੀਂ ਉਸ ਨੂੰ ਛੱਡ ਕੇ ਬੈਠੇ ਦੇ ਹਾਂ ਨਾ, ਸਾਰੀ ਦੁਨੀਆ ਜ਼ਿਆਦਾਤਰ ਛੱਡ ਕੇ ਬੈਠੀ ਦੀ ਹੈ। ਜਿਹਦਾ ਹੱਕ ਹੈ ਕਿ ਉਹਨੂੰ ਦੋਸਤ ਬਣਾਓ, ਉਹਦੇ ਕੋਲ ਮੰਗੋ, ਉਹਦੀ ਬਾਦਸ਼ਾਹੀ ਕਬੂਲ ਕਰੋ, ਉਹਦੀ ਬਾਦਸ਼ਾਹੀ। ਰਾਜਾ ਸਾਹਿਬ ਇਹਨਾਂ ਦੀ ਇਹ ਗੱਲ ਤੇ ਠੀਕ ਹੈ ਕਿ ਇਹ ਲੋਕ ਉਹਨਾਂ ਨੂੰ ਛੱਡ ਕੇ ਬੈਠੇ ਨੇ, ਵਾਕਈ ਉਹਨਾਂ ਕੋਲ ਉੱਥੇ ਜਾਣ, ਸਊਦੀ ਅਰਬ ਦੇ ਵਿੱਚ ਉਮਰਾ ਹਜ ਕਰਨ, ਤੋਬਾ ਕਰਨ ਤੇ ਅੱਲਾਹ ਪਾਕ ਇਹਨਾਂ ਨੂੰ ਸਿੱਧੇ ਰਾਹ ਚਲਾਉਣਾ ਹੈ। ਵੈਸੇ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ, ਵੈਸੇ ਇਹਨਾਂ ਨੂੰ ਸਊਦੀ ਅਰਬ ਜਾਣਾ ਚਾਹੀਦਾ। ਸਾਰੀ ਪੀਰ ਸਾਹਿਬ ਤੁਸੀਂ ਕੋਈ ਗੱਲ ਕਰਨ ਲੱਗੇ ਸੋ, ਪਰ ਮੈਂ ਸਿਰਫ ਇਤਨਾ ਕਹਿ ਨਜ਼ੀਰ ਸਾਹਿਬ ਤੁਸੀਂ ਬੜੇ ਤੁਸੀਂ ਨਮਾਜ਼ ਪੜ੍ਹ ਕੇ ਅੱਲਾਹ ਤਾਲਾ ਅੱਗੇ ਦੁਆ ਕੀਤੀ ਹੈ ਅਮਰ ਨਜ਼ੀਰ ਸਾਹਿਬ ਦੇ ਮੁਤਲਕ, ਔਰ ਅੱਲਾਹ ਤਾਲਾ ਨੇ ਤੁਹਾਨੂੰ ख्वाब ਦੱਸਦੀ, ਔਰ ਬੜਾ ਖੂਬਸੂਰਤ ਤਰੀਕੇ ਨਾਲ ਪੀਰ ਅਸਕਾਨੀ ਸਾਹਿਬ ਨੇ ਤੁਸਾਂ ਕੀ ਤਾਬੀਰ ਦੱਸੀ ਹੈ, ਮਗਰ ਤੁਸੀਂ ਕਿਹੜਾ ਨਹੀਂ ਕਿਤਾਬ ਹੈ ਵਿੱਚ ਕੁਝ ਹੋਰ ਲਿਖਿਆ ਤੇ ਉਹਨੇ ਥਕੇ ਹੋ। ਜੀ ਜੀ ਪੀਰ ਸਾਹਿਬ ਨੇ ਵੀ ਕੀਤੀ ਆਪਣੇ ਸਾਹਮਣੇ ਇੱਧਰ ਕਿਤਾਬ ਵਿੱਚ ਜਿਹੜਾ ਲਿਖਿਆ, ਤੇ ਮੈਂ ਜਿਹੜਾ ਪੜ੍ਹਿਆ ਨਾ, ਕੱਚਾ ਮਕਾਨ ਬਣਾਓ ਤੇ ਠੀਕ ਹੈ, ਪੱਕਾ ਬਣਾਓ ਤੇ ਅੱਛਾ ਨਹੀਂ ਹੈ। ਦੂਸਰਾ ਇਹਦੇ 'ਚ ਲਿਖਿਆ ਕਿ ਜਿਹੜਾ ਮਕਾਨ ਬਣਾ ਰਿਹਾ ਹੈ ਬੈਕਗ੍ਰਾਉਂਡ ਵੀ ਪੀਰ ਉਹ ਸਾਹਿਬ ਦੁਨੀਆ ਦੀ ਦੱਸਿਆ ਨਾ ਰਗਬਤ, ਕਿ ਤੁਸੀਂ ਉਹ ਦੁਨੀਆ ਦੀ ਰਗਬਤ ਇਹ ਵਿੱਚ ਵੀ ਰਹੇਗਾ। ਲਿਖਿਆ ਕਿ ਨਮਾਜ਼ ਪੜ੍ਹ ਕੇ ਤੇ ਤੁਸੀਂ ਦੁਆ ਕਰਕੇ ਸੋਵੋ ਤੇ ਫਿਰ ਕੱਚਾ ਹੋਵੇ ਤੇ ਫਿਰ ਠੀਕ ਹੈ। ਨਹੀਂ ਨਹੀਂ ਉਹ ਤੇ ਫਿਰ ਦੂਸਰੀਆਂ ਗੱਲਾਂ ਹੋ ਜਾਂਦੀਆਂ ਨੇ। ਮਕਸਦ ਹੈ ਕਿ ਜਿਹੜੀ ਤਾਬੀਰ ਇੱਥੇ ਲਿਖੀ ਦੀ ਹੈ ਕਿਤਾਬ ਦੇ ਵਿੱਚ, ਉਹ ਲਿਖੀ ਦੀ ਹੈ ਕਿ ਦੁਨੀਆ ਦੀ ਰਗਬਤ ਵਿੱਚ ਬੰਦਾ ਰਹੇਗਾ। ਕਿਤਾਬਾਂ ਦੇ ਹੋਰ ਬੇਸ਼ੁਮਾਰ ਨਜ਼ੀਰ ਸਾਹਿਬ ਲਿਖੀਆਂ ਕਿਤਾਬਾਂ ਲਿਖਣ ਵਾਲੇ ਤੇ ਬਹੁਤ ਕੁਝ ਲਿਖ ਦਿੰਦੇ ਨੇ। ਨਹੀਂ ਨਹੀਂ ਤਾਬੀਰ ਰੋਇਆ ਦੀ ਕਿਤਾਬਾਂ ਨੇ ਨਾ, ਬਜ਼ੁਰਗਾਂ ਦੀਆਂ ਜਿਹੜੇ ਇਸਲਾਮ ਦੇ ਗੁਜ਼ਰੇ ਨੇ। ਪੀਰ ਸਾਹਿਬ ਬੜਾ ਖੂਬਸੂਰਤ ਤਰੀਕੇ ਨਾਲ ਤੁਸਾਂ ਨੇ ਕੀ ਨਾ ਉਸਨੇ ਤਾਬੀਰ ਦੱਸੀ ਹੈ, ਉਹ ਵੀ ਠੀਕ ਉਹਨਾਂ ਨੇ ਜ਼ਾਹਿਰੀ ਤੌਰ ਸੋਚਿਆ ਤੇ, ਸਹੀ ਜੇ ਇਸ ਮਸਲੇ पर ਉਹਨਾਂ ਨੇ ਜ਼ਾਹਿਰੀ ਤੌਰ ਤੇ। राजा साहब इन्होंने कहा कि इब्न सीरीन, भाई इब्न सीरीन ही ने लिखा है कि अगर आप ख्वाब देखते हैं, मकान बना रहे हैं, गोया कि आप अपने मंजिल की तरफ गामजन हैं और अपने गुनाहों की फिक्र में हैं और उनको ख़त्म करने के टो में लगे हुए। ये इब्न सीरीन ने लिखा हुआ है, तो इन्होंने ऐसे ही अपनी तरफ से बात कह दी, इसीलिए तो मैंने कहा कौन सी किताब है। अब वो शाह साहब मैं थोड़ी सी तफसील बता देता हूँ। ये जो पूरी घर मैंने तो दरमियान से पढ़ा ना, ये जो फिक्रा। नज़ीर साहब एक मिनट मुझे मौका दीजिए भाई, जी जी नाराज ना हो। इब्न सीरीन ही ने लिखा है और इब्न सीरीन ने कम अज कम इस मसले पे कई अकवाल लिखे हैं। सबसे पहला यही कौल उन्होंने लिखा हुआ है कि ये इसको पस मंजर भी देखा जाएगा, लेकिन खुद कोई इंसान ख्वाब देखता है मजबूत घर बना रहे, कुशादा गन बना रहा है, देखता है उसको खुश होता है, गोया कि ये पेशन गोई की जा रही है कि तुम अपनी इस्लाह के टोह में लगे हुए हो और तुम्हारा मंजिल जो है मंजिल की तरफ जा रहे हो और अपने गुनाहों की जो है वो अल्लाह पाक से माफ़ी करवा रहे हो और तुम्हारा आखिरी ठिकाना जो है बड़ा ज़बरदस्त है। ये कौल उन्होंने सबसे पहले लिखी इब्न सीरीन ने। समझ रहे? रही बात और भी 10 कम अज़ कम अक़वाल लिखे हुए हैं। एक और बात सुन लीजिए, एक हमारे साथी ने पूछ लिया, बल्कि नज़ीर साहब ने ये कहा कि अल्लाह से दुआ कीजिए। कितनी खूबसूरत जवाब उन्होंने दे दिया, पता नहीं कौन था, मलिक साहब थे शायद। हाँ, तो उन्होंने कहा कि हाँ अल्लाह पाक ने तो बता दिया कि अगर जो है कोई ऐसी बात हो अल्लाह की तरफ लौट जाओ। तो नज़ीर साहब का जवाब देखें क्या कहा, ये तो ज़ाहिरी क्या ज़ाहिरी, असल बात उन्होंने की, जब भी कोई मसला हो लौट जाओ अल्लाह के रसूल की तरफ। कैसे लौटोगे?
قرآن و حدیث میں دیکھو، بس اپنا مسئلہ حل ہو جائے گا۔ تو یہ کہتے ہیں ظاہری، کیا ظاہری بھائی، اصل بات انہوں نے کی اور مضبوط ایک بات کی۔ جی نذیر صاحب آپ فرمائیے۔ جی جی، یہ وہ لکھا ہے، جیسے وہ لکھتے ہیں نا کہ اگر کسی نے یہ دیکھا کہ اس نے اپنا گھر بیچ دیا ہے تو اس کی تعبیر یہ ہوگی کہ وہ مر جائے گا، اور جس نے یہ دیکھا کہ وہ اپنا گھر یا دوسرے کا گھر بنا رہا ہے تو اس کی تعبیر یہ ہے کہ وہ دنیا کی رغبت میں رہے گا اور گھر کے مطابق وہ دنیا حاصل کرے گا، اور اگر کسی نامعلوم جگہ میں بنایا ہے تو اس کی تعبیر یہ ہے کہ وہ نیک کام کرے گا اور آخرت میں اس کا حال اچھا رہے گا۔ اور اسی طرح مطلب اگر کسی نے یہ دیکھا کہ اس نے گھر کو گرا دیا ہے اور اگر گھر نامعلوم ہے تو اس کی تعبیر یہ ہے کہ اس کے گزشتہ جو خطرناک حالات اور گناہ اور برے اعمال تھے وہ سب منہدم ہو گئے، اور اگر گھر معلوم ہے تو اس کی تعبیر یہ ہوگی کہ برے کاموں اور فضول خرچی سے اس کی دنیا خراب ہوگی، اور اگر کسی نے یہ دیکھا کہ اس نے اپنے گھر کا کچھ حصہ گرا دیا یا گھر کا کچھ حصہ کم ہو گیا تو اس کی تعبیر یہ ہوگی کہ اس کی دنیا کم ہو جائے گی۔ تو شاہ صاحب اس طرح تو اب وہ ہزار اس کے آگے بن رہے ہیں کہ کیا دیکھا اور کیا کیا منظر دیکھے، تو اس کے مطابق تعبیر علیحدہ علیحدہ ہے۔ اور میں نے بتا دیا نا بھائی، یہ بتا دیا میں نے آپ کو کہ جی بہت جی سارے اقوال لکھے ہیں، لیکن ان میں ایک آپ نے خود بھی دیکھی، ایک بات آپ نے کی کہ نامعلوم جگہ پہ، کیا آپ کو وہ جگہ معلوم ہے؟ کیا آپ جو ہے ایک طے شدہ جگہ پہ جا رہے ہیں؟ آپ ایسے جگہ پر گئے، وہ پتہ پڑا کہ عامر نذیر صاحب یہاں پر گھر بنا رہے ہیں، کہاں تھا یہ جگہ کہاں تھا؟ آپ نہیں کو وہ تو نہیں، ہاں منظر وہ پتہ نہیں، وہی نا، گلی میں تو ملاقات تو ہوتی ہے تو وہ گلی میں پھر آگے ہاں لے جاتے ہیں اپنے گھر تو میں وہی نا آپ کہ کو یہ گھر معلوم ہی بن نہیں گیا، ہے، اپنا ایک گھر ایسے دکھاتے ہیں نامعلوم، تو اس سے وہاں آپ دیکھیں آپ نے خود پڑھ لیا کہ وہ کیا ہے، آخرت کی رغبت میں ہے، اپنا مضبوط بنا رہا ہے وہاں پہ۔ یہی تو بات میں نے کی۔ یہ بھی لکھا ہوا ابن سیرین نے کہ آپ اگر صرف آپ دیکھ رہے ہیں کہ آپ جو ہے گھر بنا رہے ہیں، یہ بھی ممکن ہے کہ اگر کہیں کوئی چپکلش ہے یا آپ نے شادی نہیں کی ہوئی تو اس کا مطلب ہے کہ ان قریب شادی کر لیں گے، یہ بھی لکھا ہوا ہے۔ اگر آپ کی شادی ہے اور وہاں پر کٹمٹ چل رہا ہے، آپ کے بچوں کی بھی شادی ہوئی ہیں، ان کے کو جو ہے اپنے بیویوں سے کٹمٹ چل رہا ہے تو ان قریب تمہارا بچہ شادی کر لے گا۔ تو بہت سارے اقوال لکھے ہوئے ہیں۔ کہنے کا مقصد یہ ہے کہ اس خواب کے پس منظر کو دیکھا جائے گا کہ آپ نے کس پس منظر میں خواب دیکھا، کیا حالات ہیں آپ نے یہ دیکھا۔ آپ کے حالات یہ ہیں کہ آپ کا کوئی دوسرا مسئلہ نہیں ہے، کہ آپ کا مسئلہ یہ ہے کہ عامر نذیر صاحب ایک غلط ٹرک پر ہیں۔ اب آپ گڑ گڑا کے اللہ سے دعائیں کرتے ہیں، تب آپ کو دکھایا جاتا ہے۔ تو اس کا پس منظر یہی ہوتا ہے جو میں نے آپ کو بتا دیا، اور یہی ابن سیرین نے لکھا۔ ہاں کہیں عامر نذیر صاحب کی جو ہے وائف سے کوئی جھگڑا چلتا اور آپ یہ دیکھتے، آپ کو معلوم ہوتے وہ تمام باتیں، تو ہم کہہ سکتے تھے کہ عنقریب جو ہے اپنا گھر بدل دیں گے، دوسری شادی کر لیں گے۔ اگر آپ پس منظر یہ ہوتا کہ عامر نذیر صاحب کے وہاں پر بچے ہیں، انہوں نے شادی کی ہوئی ہے اور کسی جو ہے بچے کا جو ہے اپنے بیوی کے ساتھ بات نہیں بن رہا، آپ کو یہ تمام حالات معلوم ہیں، آپ کے ذہن میں آپ دیکھ لیتے، تو آپ یہ کہہ سکتے تھے کہ ان کا جو ہے لڑکا بہت جلد شادی کر لے گا۔ سمجھ رہے ہیں؟ اس پس منظر کو دیکھنا ہوگا۔ ہر جگہ ایک ہی مطلب ہے، یہ ابن سیرین نے کسی نے نہیں کہا۔ میں نے تو یہی آپ کو بتا دیا۔ نذیر صاحب ہم سے دشمنی مت رکھیں، نہ عامر نذیر صاحب سے۔ ہاں ہم آپ سے اختلاف کرتے ہیں دلائل کے روح سے، لیکن جو بات ہم کرتے ہیں اس کو تسلی سے سن لیجئے، بھلے عمل مت کیجئے۔ جزاک اللہ۔ جزاک اللہ جی۔ آج حسین صاحب سے بھی جا کے ضرور پوچھیے گا بھائی کیا انہوں نے کیا خواب دیکھا، مجھے یاد نہیں رہا جو انہوں نے دیکھا ہے نا۔ وہ مسجد کے بارے میں کہہ رہے تھے، بڑی خوبصورت مسجد، میں نے دیکھا اس کو۔ عامر نذیر صاحب کل انہوں نے حسینی لوگوں سے صاحب خوابیں سنتے تھے صبح صبح۔ کرے پیرسکانی پہ بات کریں۔ نہیں اوان صاحب بات کر رہے ہیں، میں کیسے بات کروں گا؟ اوان صاحب بولیں آپ۔ نہیں میں وہاں آپ کے لیے سب خاموش سگنل ہو میں گیا ہے نا۔ یسبانی بھائی۔ اوان صاحب بولیے بھائی۔ میں کہہ رہا تھا کہ مرزا صاحب بھی لوگوں سے صبح صبح خواب سنا کرتے تھے جس وقت دوسری شادی کی تھی اور حالت مردانگی کا عدم تھی۔
नईम साहब, आ हुजूर सल्लल्लाहु अलैहि वसल्लम भी सुबह जब उठते तो असहाब से फरमाते कि किसी ने अगर कोई ख्वाब देखा है तो सुनाए। तो मैंने जो बात की है मैंने गलत की है? जी जी, वही मैं कह रहा हूँ ना कि आ हुजूर सल्लल्लाहु अलैहि वसल्लम की सुन्नत है ना, तो उन पे फिर सारे जो अल्लाह के नेक गुजरते हैं वो भी उसी पे अमल चलें, करते ख्वाब हैं। सुनना कोई बुरी बात नहीं है, कोई जी जी सुनाता है तो सुनना चाहिए। ख्वाब जी जी आपने सुनाया, हमने सुना बड़े गौर से, जी जी। नहीं बल्कि वो जो आपको तबीर भी आपकी भी सुनी और हमारे पीर एक भाई असलम है भाई की जमशेद सुनी। भाई, उनको ख्वाब आई थी, और उन्होंने भी रहन दो, ख्वाब थोड़े सुनाई थी हमें सिग्नल अपनी। ठीक नहीं। आहो आहो, उन्होंने थोड़े मिर्जा का सिग्नल ठीक नहीं है। पीर असकानी भाई ने, पीर असकानी भाई ने गल कर दो। और सबसे मेरे ख्याल में बेहतर जो है आमिर साहब, दिलों के हाल तो अल्लाह ताला जानता है। सबसे बेहतर वो खुद जानते हैं कि उनकी नीयत क्या है, उनके दिल के अंदर क्या है, वो दुनिया से मोहब्बत करते हैं या दीन से करते हैं। तो इसमें उनको सबसे बेस्ट ताबीर वो खुद ही समझ सकते हैं। अजीज बहुत साहब, अच्छी हमें बात ये है। ख्वाबों पर इतना यकीन वाला कंसेप्ट नहीं पाया जाता है। हम नहीं अच्छी और बुरी तकदीर दोनों पर ईमान रखने वाले हैं, हमें नहीं ये नहीं भाई, ख्वाबों वाला हमारा इतना पाया कंसेप्ट ही जाता नहीं है पाया कि जाता है कि ये हतमी हम बात होती है, हमारी ये तो हतमी अल्लाह के बात फजल होती है। से जब हम दुआ करते हैं तो अल्लाह ताला उसका जवाब देता है, सुनता है, कबूल करता है, रहनुमाई करता है। सारी ज़िंदगी हमारी ये इस बात की हम गवाही देते हैं कि खुदा जो है ना वो जिंदा खुदा है। हमने जिंदा खुदा को नहीं, पाया है। खाबा दी तबीर हुंदी है, बिल्कुल जी ठीक जी गल है। बिल्कुल, खाबा हाँ जिस तरह पीर असकानी भाई ने भी कहा, खाबा काफरां ਨੂੰ ਵੀ ਗੈਰ ਮੁਸਲਮਾਨ ਨੂੰ ਵੀ। ਇਹ ਮਿਰਜ਼ਾ ਸਾਹਿਬ ਨੇ ਵੀ ਲਿਖਿਆ, ਮੇਰੇ ਹਾਲੇ ਹਕੀਕਤੁਲ ਵਹੀ ਦੇ ਸ਼ੁਰੂ ਚ ਲਿਖਿਆ ਹੈ ਦਿਬਾਚੇ ਚ, ਕਿ ਅਸਾਂ ਵੇਖਿਆ ਕਿ ਜਿਹੜੇ ਚੂੜੇ ਚਮਿਆਰ, ਗੁਨਾਹਗਾਰ, ਖਤਾਕਾਰ, ਬਦਕਾਰ, ਜ਼ਾਨੀ, ਸ਼ਰਾਬੀ, ਮਵਾਲੀ, ਉਹਨਾਂ ਨੂੰ ਵੀ ਖਾਬਾਂ ਸੱਚੀਆਂ ਆਉਂਦੀਆਂ ਨੇ। ਇਹ ਮਿਰਜ਼ਾ ਸਾਹਿਬ ਨੇ ਲਿਖਿਆ। नहीं बिल्कुल, अमर भाई, हाँ मैं सही और बात कर रहा हूँ ना कि ख्वाब सही पर फरमाया। यकीन का कंसेप्ट जो है ना वो हमारा इनसे अलग है। जो यकीन का कंसेप्ट है ना वो अलग है हाँ हमारा हाँ, इनसे। नहीं अपना वो ख्वाब वो उस की गल ना ते है हर अपना गल है तारक साहब में भी ख्वाब आंदे ने थल्ले बैठे ने जेरे। ਘੁੰਮਣ ਸਾਹਿਬ ਆਏ ਨੇ, ਘੁੰਮਣ ਸਾਹਿਬ ਦੱਸਣ ਦੇ ਖਾਬਾਂ ਦੇ ਬਾਰੇ। ਘੁੰਮਣ ਸਾਹਿਬ, ਇਹ ਨਜ਼ੀਰ ਸਾਹਿਬ ਖਾਬ ਇੱਕ ਦੇਖੀਏ ਤੇ ਹੁਣੇ ਉੱਠੇ ਨੇ, ਖਾਬ ਦੇਖ ਕੇ ਥੋੜੀ ਦੇਰ ਹੀ ਹੋਈ ਹੈ। ਵਾਲੇਕੁਮ ਸਲਾਮ। ख्वाब का सब तो ਵੱਡਾ ਪਹਿਲੂ ਹੁੰਦਾ ਕਿ ਸੁਬਹ ਇੱਕ ਮਿੰਟ ਆਪਣਾ ਨਾਮ ਵੀ ਬੰਦ ਕਰ ਲਾਂ। ਅੱਛਾ, ਕੀ ਆਖਣ ਲੱਗੇ ਸੀ? ਆਵਾਜ਼ ਸਾਫ਼ ਨਹੀਂ ਆਈ, ਮੈਂ ਮਾਈਕ ਮਿਊਟ ਕੀਤਾ। ਅਸਲ 'ਚ ख्वाबां फजर ਦੀ ਨਮਾਜ਼ ਪੜ੍ਹ ਕੇ ਸੌਵੋ ਨਾ ਜਾਂ ਤਹਜਦ ਦੀ, ਤੇ ਉਹ ਫਜਰ ਤੇ ਤਹਜਦ ਦੇ ਦਰਮਿਆਨ 'ਚ ਕੋਈ ख्वाब ਆਏ ਨਾ ਉਹ ਬਹੁਤ ਪਾਏਦਾਰ ख्वाब ਹੁੰਦੀ ਹੈ। ਨਾ ਹੀ ਬੰਦੇ ਨੂੰ ਭੁੱਲਦੀ ਹੈ ਔਰ ਨਾ ਅਕਸਰੀਅਤ 99.9% ਉਹ ਸਹੀ ਔਰ ਸੱਚੀ ਹੁੰਦੀ ਹੈ। ਨਾ ਵੀ ਫਜਰ ਤੋਂ ਬਾਅਦ ਵੇਖੀ, ਫਜਰ ਤੋਂ ਬਾਅਦ ਨਹੀਂ ਉਹ ਫਿਰ ਫਜਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਜਾਂ ਜ਼ਿਆਦਾਤਰ ਉਹ ਜਿਹੜੀ ਹੈ ਨਾ ਤਹਜਦ ਔਰ ਫਜਰ ਦੇ ਦਰਮਿਆਨ ਚ, ਮੈਂ ਤਹਜਦ ਪੜ੍ਹ ਕੇ ਫਜਰ ਤੋਂ ਪਹਿਲੇ ਥੋੜੀ ਦੇਰ ਅੱਖ ਲੱਗ ਜਾਏ ਜਾਂ ਉਹ ख्वाब ਬਹੁਤ ਅਥੈਂਟਿਕ ਹੁੰਦੀ ਹੈ। ਉਹਦੇ ਫਿਰ ਬੈਕਗ੍ਰਾਉਂਡ ਵੀ ਇਹ ਕਿ ਉਹ ਫਜਰ ਦੀ ਨਮਾਜ਼ ਤੋਂ ਬਾਅਦ ਮੇਰੇ ਵਾਸਤੇ ਦੁਆਵਾਂ ਕਰ ਕਰਕੇ ਸੌਂ ਗਏ ਨੇ, ਤੇ ਇਹ ਫਿਰ ਖਾਬ ਦੇਖੀ ਨੇ। ਅੱਲਾਹ ਸਭ ਤੋਂ ਖੈਰ ਕਰੇ, बदुआवां नहीं ਤੁਹਾਡਾ कीतियां आमिर साहब, ਹਮੇਸ਼ਾ ਦੁਆਵਾਂ दुआ करके बदुआ नहीं की। ਹਰ ਬੰਦਾ ਦੁਆ ਹੀ ਕਰਦਾ ਦੂਜੇ ਲਈ ਕਿ ਅੱਲਾਹ बदुआ ਉਸ ਹਦਾਇਤ ਤੇ ਆਇਆ ਕਰੇ। ਬਦਦੁਆ ਸਾਰੀ ਹੁੰਦੀ ਹੈ, ਬਦਦੁਆ ਜਿਹੜੀ ਹੁੰਦੀ ਉਹ ਗਾਲ ਦੀ ਤਰ੍ਹਾਂ ਹੁੰਦੀ, ਉਹ ਵਾਪਸ ਲੌਟ ਕੇ ਆਉਂਦੀ ਹੈ हाँ जी ਹਮੇਸ਼ਾ। इस तरह। ਅਗਰ ਤੁਸੀਂ अगर ਕਿਸੇ ਨੂੰ अमर नजीर ਲਈ साहब ਅੱਛਾ ਚਾਹੋਗੇ ਤਾਂ ਅੱਲਾਹ ਵੀ तो सानू ਤੁਹਾਡੇ खुश ਲਈ हो जाना ਵੀ चाहिए। ਅੱਛਾ ਚਾਹੇਗਾ जी जी ਹਮੇਸ਼ਾ। मैं क्या अमर नजीर साहब ने खुश हो जाना चाहिए, ਦੁਆ बड़ी ਦਾ अच्छी ताबीर है ख्वाब दी। हाँ नहीं, ਹਾਂਜੀ, बदुआ नहीं करके दुआ ਮੈਂ करके सोते ਹਮੇਸ਼ਾ हैं। ਦੁਆ ਦਾ ਤਰੀਕਾਕਾਰ ਇਹ ਹੁੰਦਾ ਹੈ ਕਿ ਪਹਿਲਾਂ ਬੰਦਾ ਸਾਰੀ ਕਾਇਨਾਤ ਲਈ ਖੁਸ਼ੀ ਮੰਗੇ, ਤੰਦਰੁਸਤੀ ਮੰਗੇ, ਤੇ ਫਿਰ ਵਿੱਚ ਆਪਣੇ ਆਪ ਨੂੰ
ਪੇਸ਼ ਕਰੇ ਕਿ ਖੁਦਾਇਆ ਇਹਨਾਂ ਤੇ ਵੀ ਰਹਿਮ ਕਰ ਤੇ ਮੇਰੇ ਤੇ ਵੀ ਕਰ, ਤੇ ਫਿਰ ਖੁਦਾ ਵੀ ਰਹਿਮ ਕਰਦਾ। ਤੇ ਅਗਰ ਕਿਸੇ ਲਈ ਭੈੜਾ ਚਾਹੋ ਤੇ ਆਪਣੇ ਲਈ ਚੰਗਾ ਚਾਹੋ ਤੇ ਖੁਦਾ ਵੀ ਨਹੀਂ ਕਰਦਾ ਕੁਛ ਵੀ। ਤੇ ਤਰੀਕਾਕਾਰ ਤੇ ਹਮੇਸ਼ਾ ਇਹ ਹੁੰਦਾ ਹੈ ਕਿ ਹਰ ਬੰਦੇ ਨੂੰ ਦੁਆ ਦਿਓ ਤੇ ਉਹ ਦੁਆ ਤੁਹਾਡੇ ਤੇ ਪਲਟ ਕੇ ਆਉਂਦੀ ਹੈ ਔਰ ਤੁਹਾਡੇ ਲਈ ਅੱਛੀ ਹੁੰਦੀ ਹੈ। ਤੇ ਜੇ ਤੁਸੀਂ ਕਿਸੇ ਨੂੰ ਬਦਦੁਆ ਦਿਓ ਤੇ ਬਦਦੁਆ ਜਿਹੜੀ ਉਹ ਗਾਲ ਦੀ ਤਰ੍ਹਾਂ ਹੁੰਦੀ ਹੈ ਕਿ ਲੋਟ ਕੇ ਤੁਹਾਡੇ ਤੇ ਹੀ ਵਾਪਸ ਆਉਂਦੀ ਹੈ। ਲਿਹਾਜ਼ਾ ਕਰੋ ਗੱਲਾਂ, ਮੈਂ ਬੰਦ ਕਰਨਾ ਮਾਈਕ, ਮੈਂ ਥੋੜੇ ਸਫ਼ਰ ਚ। ਕੁਝ ਐਸੇ ਤਰ੍ਹਾਂ ਦਾ ਮਾਮਲਾ ਹੋਇਆ ਹੈ ਕਿ ਜੋ ਕੁਝ ਉਹਨਾਂ ਦੁਆ ਜਾਂ ਬਦਦੁਆ ਕੀਤੀ ਹੈ ਨਾ ਮੇਰੇ ਵਾਸਤੇ, ਦੁਆ ਕੀਤੀ, ਤੇ ਦੁਆ ਉਹ ਦੀ ਕੁਝ ਉਹਨਾਂ ਨੇ ਬਦਦੁਆ ਚਲੋ ਨਹੀਂ, ਜੋ ਵੀ ਦੁਆ। ਕੀਤਾ ਦੁਆ ਜਾਂ ਬਦਦੁਆ ਕੀਤੀ ਹੈ, ਉਹਦੇ ਬਾਅਦ ਉਹਨਾਂ ਮੇਰੇ ਬਾਰੇ ਕੁਝ ਦੇਖਿਆ ਹੈ। ਜੀ ਤੇ ਬਿਲਕੁਲ। ਤੁਸੀਂ ਵੀ ਖਾਬਾਂ ਦੀਆਂ ਤਬੀਰਾਂ ਤੇ ਇਲਹਾਮ ਤੇ ਮੁਖਾਤਬੇ ਤੇ ਮੁਕਾਲਮੇ ਨਾਲ ਮੁਸ਼ਰਫ ਹੋ ਮੇਰਾ ਖਿਆਲ ਹੈ। ਹੁਣ ਆਮਿਰ ਸਾਹਿਬ ਬਾਕੀ ਤੇ ਤਾਬੀਰਾਂ ਕੋਈ ਨੂੰ ਦੱਸੋ ਇਹਨਾਂ ਨੂੰ ਛੱਡੋ, ਤਬੀਰ। ਬਾਕੀ ਤਾਬੀਰ ਤੁਹਾਨੂੰ ਪਤਾ ਹੈ ਉਸ ਤਾਬੀਰ ਦਾ ਬਾਰੇ, ਬਸ ਗੱਲ ਖਤਮ। ਉਹ ਦਿਲ ਦਾ ਹਾਲ ਅੱਲਾ ਜਾਣਦਾ। ਤੁਹਾਨੂੰ ਪਤਾ ਹੈ ਕਿ ਤੁਸੀਂ ਈਮਾਨ ਵਿੱਚ ਹੈਗੇ, ਅੱਲਾ ਰਸੂਲ ਨਾਲ ਮੁਹੱਬਤ ਕਰਦੇ, ਸੱਚੇ ਉਹਦੇ ਤੇ ਹੈ, ਤੁਹਾਨੂੰ ਕੋਈ ਮਸਲਾ ਨਹੀਂ ਹੈ। ਉਹ ਤੁਹਾਡਾ ਦਿਲ ਦੱਸਦਾ, ਗਵਾਹੀ ਦੇ ਸਕਦਾ ਬਸ। ਇਹ ਘੁੰਮਣ ਸਾਹਿਬ ਜਿਹੜੇ ਨੇ, ਜਾਂ ਘੁੰਮਣ ਦੁਨੀਆ ਸਾਹਿਬ ਦੀ ਵੀ ਬਾਦਸ਼ਾਹ ਬੜੇ ਪਹੁੰਚੇ ਦੁਨੀਆ ਬੰਦੇ ਨੇ। ਜੀ ਦੁਨੀਆ ਦੀ ਰਗਬਤ ਵਿੱਚ ਦੁਨੀਆ ਨਾਲ ਮੁਹੱਬਤ ਕਰਦੇ, ਉਹ ਵੀ ਤੁਸੀਂ ਬਿਹਤਰ ਜਾਣਦੇ ਹੋ। ਮੈਂ ਨਾ ਥੋੜੀ ਦੇਰ ਹੋਈ ਹੈ ਤੁਹਾਡੇ 'ਚ ਸ਼ਾਮਲ ਹੋਇਆ ਵਾਂ। ਪਹਿਲੇ ਮੈਂ ਖਾਬ ਸੁਣੀ ਨਹੀਂ ਕਿ ਕਿਸੇ ਨੇ ਕੀ ਸੁਣਾਈ ਹੈ, ਪਰ ਹੁਣ ਥੋੜੀ ਦੇਰ ਗੱਲਾਂ ਕਰਦੇ ਹੋ ਤੇ ਪਤਾ ਸਾਹਮਣੇ ਆਈ ਜਾਂਦਾ ਕੀ ਹੋਇਆ। ਮੁਖਤਸਰ ਗੱਲ ਹੈ ਕਿ ਔਰ ਮੈਂ ਇਹਨਾਂ ਦੁਆ ਦੇਖ ਕੀਤੀ ਹੈ ਵੀ ਯਾ ਅੱਲਾ ਇਹਨੂੰ ਆਮਰ ਨੂੰ ਮਰਜ਼ਈ ਕਰ ਦੇ। ਹਦਾਇਤ ਤੇ ਜ਼ਕੀਰ ਸਿੱਧੇ ਇਸਮਾਈਲ ਭਾਈ ਮੇਰਾ ਇੱਕ ਸਵਾਲ ਹੈ। ਹਦਾਇਤ ਜਿਹੜੀ ਹੈ, ਦੇਖੋ ਹਰ ਇੱਕ ਲਈ ਦੁਆ ਹੈ, ਪਰ ਉਹ ਇਹਨੂੰ ਹਦਾਇਤ ਵਾਲੇ ਸਿੱਧੇ ਰਸਤੇ ਤੇ ਚਲਾ। ਕੋਈ ਸੁਨਨੀ ਹੈ, ਸ਼ੀਆ ਹੈ, ਮਰਜ਼ਈ ਹੈ, ਜਿਹੜਾ ਵੀ ਹੈ, ਉਹ ਖੁਦਾ ਔਰ ਉਹਦਾ ਬੰਦਾ ਤੇ ਚਲਾ। ਬਸ ਅੱਲਾਹ ਤਾਲਾ ਸਭ ਤੇ ਰਹਿਮ ਕਰੇ, ਸਭ ਨੂੰ ਸਿਰਾਤ ਅਲ ਮੁਸਤਕੀਮ ਤੇ ਚਲਾਏ। ਹਰ ਇੱਕ ਦੀ ਕੋਸ਼ਿਸ਼ ਤੇ ਇਹੋ ਹੀ ਹੁੰਦੀ ਕਿ ਮੈਂ ਆਪਣੇ ਅੱਲੋਂ ਸਿਰਾਤ ਅਲ ਮੁਸਤਕੀਮ ਤੇ ਆ। ਬਾਕੀ ਅੱਲਾਹ ਬਿਹਤਰ ਜਾਣਦਾ ਕਿ ਉਹਦਾ ਰਸਤਾ ਸਿੱਧਾ ਹੈ ਕਿ ਗਲਤ ਹੈ। ਇਨਸਾਨ ਤੇ ਨਹੀਂ ਕਹਿ ਸਕਦਾ ਕਿ ਇਹ ਰਸਤਾ ਸਹੀ ਹੈ। ਮੈਂ ਸਿੱਧੇ ਰਸਤੇ ਦਾ ਤੂੰ ਗਲਤ ਤੇ ਹੈ, ਤੇ ਕੋਈ ਵੀ ਇਨਸਾਨ ਕਹਿੰਦੇ ਇੱਕ ਦੂਜੇ ਨੂੰ ਹੈ, ਲੇਕਿਨ ਖੁਦਾ ਬਿਹਤਰ ਜਾਣਦਾ ਕਿ ਕੌਣ ਸਿੱਧੇ ਤੇ ਵੇ। ਅੱਛਾ ਨਹੀਂ, ਉਹ ਤੁਸੀਂ ਜਿਹੜਾ ਫਰਮਾ ਰਹੇ ਹੋ ਵੀ ਦਰੁਸਤ ਹੈਗਾ, ਪਰ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਮੈਂ ਸਿੱਧੇ ਰਸਤੇ ਤੇ ਹੈਗਾ। ਉਹਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ ਨੇ ਨਾ, ਕਿ ਅਗਰ ਤੁਹਾਨੂੰ ਸਿੱਧੇ ਰਸਤੇ ਤੇ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਅੱਛੇ ਕੰਮ ਕਰ ਰਹੇ ਹੋ ਆਪਣੀ ਜ਼ਿੰਦਗੀ 'ਚ, ਔਰ ਮੁਹੱਬਤਾਂ ਬਿਖੇਰ ਰਹੇ ਹੋ, ਔਰ ਇਨਸਾਨੀਅਤ ਤੁਹਾਡੇ ਅੰਦਰ ਹੈ, ਤੁਸੀਂ ਅੱਲਾ ਦੀ ਮਖਲੂਕ ਨਾਲ ਮੁਹੱਬਤ ਕਰ ਰਹੇ ਹੈਗੇ, ਤੁਸੀਂ ਚੰਗੇ ਕੰਮ ਕਰ ਰਹੇ ਹੈਗੇ, ਤੁਸੀਂ ਰਾਸਤੇ 'ਚੋਂ ਕਾਂਟੇ ਹਟਾ ਰਹੇ ਹੈਗੇ, ਤੁਸੀਂ ਕਿਸੇ ਦੇ ਗਮ ਵਿੱਚ ਗਮਗੀਨ ਹੋ ਜਾਂਦੇ ਹੋ, ਕਿਸੇ ਦੀ ਖੁਸ਼ੀ 'ਚ ਖੁਸ਼ ਹੋ ਜਾਂਦੇ ਹੋ, ਕਿਸੇ ਦੀ ਤਕਲੀਫ ਵਿੱਚ ਪਹੁੰਚ ਜਾਂਦੇ ਹੋ, ਜਲਦੀ ਸਭ ਜਾਂਦੇ ਹੋ, ਹਮਸਾਏ ਦਾ ਹੱਕ ਤੁਸੀਂ ਦਿੰਦੇ ਹੋ। ਹਮਸਾਇਆ ਅਗਰ ਪਰੇਸ਼ਾਨੀ 'ਚ ਹੈ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਉਹ ਅਗਰ ਨਿਵਾਲਾ ਨਹੀਂ ਖਾ ਰਿਹਾ ਤਾਂ ਤੁਸੀਂ ਆਪਣਾ ਨਿਵਾਲਾ ਜਿਹੜਾ ਹੈ ਉਹਨੂੰ ਜਾ ਕੇ ਖਿਲਾਉਂਦੇ ਹੋ। ਤੇ ਅਗਰ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਤੇ ਸਮਝੋ ਕਿ ਹੱਕ 'ਚ ਅੱਲਾਹ ਤਾਲਾ ਨੂੰ ਤਾਂ ਇਹੀ ਚਾਹੀਦਾ ਹੈ ਕਿ ਮਜ਼ਹਬ ਆਪਣੀ ਜਗ੍ਹਾ 'ਤੇ ਵੀ ਹੈ ਨੇ, ਕਿਉਂਕਿ ਉਹ ਲੋਕ ਜਿਹੜੇ ਨਾ ਕੀ ਬਕਾ ਪਾ ਜਾਣਗੇ ਇਸ ਦੁਨੀਆ 'ਤੇ, ਚਾਹੇ ਜਿਹੜਾ ਵੀ ਮਜ਼ਹਬ ਹੈ, ਜਿਹਨੇ ਇਨਸਾਨੀਅਤ ਇਖਤਿਆਰ ਕੀਤੀ, ਇਨਸਾਨ ਨਾਲ ਮੁਹੱਬਤ ਕੀਤੀ। ਅੱਲਾਹ ਤਾਲਾ ਨੂੰ ਇਹ ਚਾਹੀਦਾ ਹੈ ਕਿ ਇਨਸਾਨ ਅਮਨ ਵਿੱਚ ਰਹੇ ਤੇ ਦੂਸਰੇ ਤੇ ਸਲਾਮਤੀ ਰੱਖ, ਤੁਹਾਡੇ ਤੋਂ ਦੂਸਰੇ ਨੂੰ ਤਕਲੀਫ ਨਾ ਪਹੁੰਚੇ। ਇਹ ਜਿਹੜਾ ਵੀ ਕੰਮ ਕਰ ਜਾਏਗਾ, ਜਿਹੜੇ ਮਜ਼ਹਬ ਵਿੱਚ ਹੀ ਹੋਏਗਾ, ਅੱਲਾਹ ਤਾਲਾ ਫਜ਼ਲ ਕਰਨ ਵਾਲਾ, ਉਹਨੂੰ ਬਖਸ਼ਣ ਵਾਲਾ, ਬਸ ਇਹ ਉਹ ਚਾਹੁੰਦਾ। ਮਜ਼ਹਬ ਦਾ ਮਤਲਬ ਵੀ ਇਹੀ ਹੈ। ਤੇ ਅਗਰ ਕੋਈ ਨਾ ਮੰਨ ਕੇ ਮਜ਼ਹਬ ਇਹ ਕੰਮ ਕਰਦਾ ਹੈ ਤੇ ਫਿਰ ਵੀ ਫਲਾਹ ਹੈ, ਤੇ ਮੰਨ ਕੇ ਕਰਦਾ ਹੈ ਤੇ ਫਿਰ ਵੀ ਫਲਾਹ ਹੈ। ਤੇ ਇਹ ਪਤਾ ਲਾਜ਼ਮੀ ਹੁੰਦਾ ਹੈ ਕਿ ਉਹ ਹਕੀਕਤ ਤੇ ਹੈ ਕਿ ਨਹੀਂ ਹੈ। ਅਗਰ ਉਹਦੇ ਕੋਲੋਂ ਨੇਕੀਆਂ ਨਿਕਲ ਰਹੀਆਂ ਨੇ ਉਹਦੇ ਅੰਦਰੋਂ, ਤੇ ਸਮਝੇ ਕਿ ਉਹ ਹਦਾਇਤ ਤੇ ਹੈ। ਔਰ ਕਿਸੇ ਦਾ ਉਹਨੇ ਕਦੀ ਜ਼ਿੰਦਗੀ ਦਿਲ ਨਹੀਂ ਦੁਖਾਇਆ, ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ, ਕਿਸੇ ਦਾ ਹੱਕ ਨਹੀਂ ਮਾਰਿਆ, ਔਰ ਕਿਸੇ ਵਾਸਤੇ ਉਹ ਫਿਕਰਮੰਦ ਰਹਿੰਦਾ ਹੈ, ਅੱਲਾ ਦੀ ਮਖਲੂਕ ਵਾਸਤੇ ਫਿਕਰਮੰਦ ਰਹਿੰਦਾ ਹੈ, ਦੁਆ ਕਰਦਾ ਹੈ, ਉਹਦੇ ਕੋਲ ਮੰਗਦਾ ਹੈ ਹਦਾਇਤ ਆਪਣੇ ਲਈ, ਆਪ ਦੂਸਰੇ ਇਰਦ ਗਿਰਦ ਦੇ ਲੋਕਾਂ ਲਈ। ਇਰਦ ਗਿਰਦ ਦੇ ਲੋਕਾਂ ਲਈ ਉਹ ਅਗਰ ਅਮਨ ਦੀ ਜ਼ਮਾਨਤ ਬਣ ਜਾਂਦਾ ਹੈ ਔਰ ਖੁਸ਼ੀਆਂ ਬਖੇਰਦਾ ਹੈ,
ਇਹ ਬੰਦਾ ਤੇ ਫਿਰ ਹਦਾਇਤ ਤੇ ਹੈ, ਪਤਾ ਹੋਣਾ ਉਹਨੂੰ, ਪਤਾ ਹੈ ਕਿ ਇਹ ਕਰ ਰਿਹਾ ਤਾਂ ਹਦਾਇਤ ਤੇ ਹੈ। ਉਹ ਤੇ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਤਾਂ ਅੱਲਾ ਤੇ ਬਿਹਤਰ ਜਾਣਦਾ ਹੈ, ਉਹ ਤੇ ਹੈ। ਇਸ ਦੁਨੀਆ ਤੇ ਵੀ ਇਨਸਾਨ ਨੂੰ ਪਤਾ ਹੋ ਜਾਂਦਾ ਜੰਨਤ ਇੱਥੋਂ ਹੀ ਲੈ ਕੇ ਜਾਣੀ ਜੇ। ਜਿਹਨੇ ਦੋਜ਼ਖ 'ਚ ਜਾਣਾ ਉਹ ਵੀ ਇੱਥੋਂ ਹੀ ਲੈ ਕੇ ਜਾਏਗਾ, ਔਰ ਜਿਹਨੇ ਜੰਨਤ 'ਚ ਜਾਣਾ ਉਹ ਵੀ ਇੱਥੋਂ ਹੀ ਜਿਹੜਾ ਨਾ ਮਸਲਾ ਸਮਝੋ ਕਿ ਮਿਲ ਜਾਏਗੀ ਤੁਹਾਨੂੰ। ਤੁਹਾਡੇ ਅਮਾਲ ਜਿਹੜੇ ਨੇ ਜੰਨਤ ਵਾਲੇ ਨੇ ਨਾਲ ਜਾਣਗੇ, ਜਾ ਰਹੇ ਹੋ, ਔਰ ਅਗਰ ਤੁਹਾਡੇ ਬਦ ਅਮਾਲ ਨੇ ਤੇ ਤੁਸੀਂ ਸਮਝੋ ਕਿ ਤੁਸੀਂ ਤੁਹਾਡੀ ਰਾਹ ਉਦੋਂ ਇੱਥੇ ਇਸ ਤੁਸੀਂ ਦੁਨੀਆ ਤੋਂ ਹੀ ਫੈਸਲਾ ਹੋ ਜਾਣਾ। ਇੰਨੀ ਜੀ ਗੱਲ ਹੈ ਜੀ ਜੀ ਬਸ। ਸਾਹਿਬ ਇੱਕ ਮਿੰਟ फिरस्कानी भाई मौजूद हो? जी जी मैं हूँ भाई। एक रवायत का उसी वक्त नजर से गुजरी थी कि जी जो हुजूर, लोग मैं ईमान भी नहीं ऐसे लाते, अर्ज कर रहा सवाल करने दें यार एक मिनट। एक रवायत नजर से गुजरी थी फिरस्कानी भाई कर रहा सा कि अपने बारे च जानना की करना, लेकिन अर्ज का ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ, ਕੱਟ ਰਹੀ ਹੈ ਡੇਵਿਡ ਸਾਹਿਬ। मानू को मोश कराया तो आप ही ना बोले। हाँ नहीं वो पता नहीं, मैं ख्याल म्यूट ला ले। अच्छा फिरस्कानी भाई से बात करने दें। नहीं विच फिरस्कानी भाई नहीं, मैं न्यूज ला लिया सी विच बोलन दा पिया। ऐसी अर्ज कर रहा सी कि मैं अपने बारे च जानना, लेकिन मैं मसल किसी दूसरे भाई दे बारे च भी मसल अच्छी सोच ते रख सकना, लेकिन अक्सरियत साडी इंसानी फितरत है हुंदी है कि ਅਸੀਂ ਆਪਣੇ ਲਈ अच्छी सोच रखने हैं, दूसरे भरा ਲਈ गलत सोच रखने हैं। मतलब इंसानी फितरत कह लो या शैतानी फितरत कह लो, अल्लाह व आलम। लेकिन मैं अपने लिए तो जानना, मैं सुबह उठना की सही काम करना की गलत करना, ਉਹ ਤੇ ਸਾਡਾ ਆਪਣਾ ਅੰਦਰ ਦਾ ਜ਼ਮੀਰ ਵੀ ਸਾਨੂੰ ਝੰਜੋੜਦਾ ਹੀ ਰਹਿੰਦਾ। ਲੇਕਿਨ ਮੈਂ ਇਹੋ ਚੀਜ਼ ਮਸਾ ਕਿਸੇ ਦੂਜੇ ਭਾਈ ਲਈ ਕਹਾਂ ਕਿ ਉਹ ਗਲਤ ਕਰ ਰਿਹਾ ਤੇ ਇਹ ਵੀ ਮਸਾ ਮੇਰੀ ਬਦਫੇਲੀ ਹੋਏਗੀ ਜਾਂ ਉਹ ਭਾਵੇਂ ਮੇਰੇ ਤੋਂ ਅੱਗੇ ਜ਼ਿਆਦਾ ਸਵਾਬ ਸਮਝ ਰਹੇ ਆਪ। करो जरा फिरस्कानी भाई जी फरमा मौजूद है मेरे, मैं फिरस्कानी साहब से मुखातब हूँ। अच्छा फिरस्कानी भाई एक रवायत सुनी थी या पढ़ी थी, गालबन याद पड़ रहा है कि जो लोग ईमान नहीं लाते उनके जो नेक अमाल है उनका सिला उनको दुनिया में ही दे दिया जाएगा, ये बात दुरुस्त है? देखिए दुआ किस तरह से कबूल होते हैं उसकी तफसील में ये बात मौजूद है कि आप जो दुआ करते हैं मोमिन होगा वो जरूर कबूल होगा, लेकिन किस तरह कबूल होगा? एक ये कि जिस तरह से आपने मांगा है वैसे ही वो दुआ आपके हक में कबूल हो जाएगा, या ये है कि इस दुआ के बदले जो इससे बेहतर है आपके लिए ये चीज नहीं बल्कि एक बेहतर चीज, कोई मुसीबत आने वाली थी, कोई और चीज थी, उस हिसाब में वो कबूल हो जाएगा। या ये है कि आप नहीं, इस मेरा दुआ सवाल को, और है, मेरा मैं सवाल और है। उसी की तरफ आ रहा हूँ ठीक है, हदीस का मफहूम आपके सामने रख रहा हूँ, चाहो तो उसको ढूंढ के निकाल भी लेते हैं। तो मफहूम ये है कि या ये कि फिर उसको जो है वो महफूज किया जाएगा, उससे बेहतर बदला क़यामत के दिन आपको दे दिया जाएगा। रही कुफार की बात, तो कुफार की जो दुआएं हैं वो करते हैं इज़्तिरारी हालत में, मिसाल के तौर पर क्यों कबूल होता है